कबीर साकत ऐसा है जैसी लसन की खान, कोने बैठे खाइए प्रगट होए निदान। साकत ਦਾ ਮਤਲਬ ਹੈ ਰੱਬ ਨਾਲੋਂ ਟੁੱਟਾ ਹੋਇਆ ਬੰਦਾ, ਸ਼ਕਤੀ ਦਾ ਪੁਜਾਰੀ। ਦੋ ਚੀਜ਼ਾਂ ਹੁੰਦੀਆਂ ਨੇ, ਇੱਕ ਹੁੰਦੀ ਹੈ ਪਾਵਰ ਤੇ ਇੱਕ ਹੁੰਦਾ ਹੈ ਪਾਵਰ ਨੂੰ ਜਨਰੇਟ ਕਰਨ ਵਾਲਾ, ਬਣਾਉਣ ਵਾਲਾ। ਸਾਡੇ ਸਾਹਮਣੇ ਜੋ ਕੁਝ ਨਜ਼ਰ ਆਉਂਦਾ ਹੈ ਇਹ ਅਸਲ ਦੇ ਵਿੱਚ ਸ਼ਕਤੀ ਨਜ਼ਰ ਆਉਂਦੀ ਹੈ, ਤਾਕਤ ਨਜ਼ਰ ਆਉਂਦੀ ਹੈ। ਪਰ ਮਹਾਰਾਜ ਕਹਿੰਦੇ ਨੇ ਵੀ ਜਿਹੜਾ ਸਿਰਫ ਕੁਦਰਤ ਤੱਕ ਹੀ ਸੀਮਤ ਰਹਿ ਗਿਆ ਹੈ, ਕੁਦਰਤ ਤੋਂ ਕਾਦਰ ਵੱਲ ਨਹੀਂ ਗਿਆ, ਜਿਹੜਾ ਸਿਰਫ ਸ਼ਕਤੀ ਤੱਕ ਹੀ ਸੀਮਤ ਰਹਿ ਗਿਆ ਹੈ, ਸ਼ਕਤੀ ਤੋਂ ਸਕਤੇ ਦੇ ਵੱਲ ਨਹੀਂ ਗਿਆ ਹੈ, ਉਹ ਅਸਲ ਦੇ ਵਿੱਚ ਸਾਕਤ ਹੈ। ਕਈਆਂ ਥਾਵਾਂ ਦੇ ਉੱਤੇ ਇਹ ਬਹੁਤ ਹੀ ਨੈਗੇਟਿਵ ਵਰਡ ਵਰਤਿਆ ਜਾਂਦਾ ਹੈ ਸਾਕਤ ਦੇ ਲਈ, ਪਰ ਸਾਕਤ ਮਤ ਵੀ ਹਿੰਦੁਸਤਾਨ ਦੇ ਵਿੱਚ ਪ੍ਰਚਲਿਤ ਰਿਹਾ ਹੈ। ਸ਼ਕਤੀ ਨੂੰ ਹੀ ਸਾਰਾ ਕੁਝ ਮੰਨਣ ਵਾਲੇ, ਜਿਸ ਤੋਂ ਸ਼ਕਤੀ ਆ ਰਹੀ ਹੈ ਉਹਦੇ ਵੱਲ ਉਹਨਾਂ ਦਾ ਬਹੁਤਾ ਧਿਆਨ ਨਹੀਂ ਹੈ। ਪਰ ਆਮ ਤੌਰ ਦੇ ਉੱਤੇ ਇਹ ਉਹਨਾਂ ਬੰਦਿਆਂ ਦੇ ਲਈ ਲਫ਼ਜ਼ ਵਰਤਿਆ ਜਾਂਦਾ ਹੈ ਜਿਨ੍ਹਾਂ ਬੰਦਿਆਂ ਦੇ ਅੰਦਰ ਆਪ ਅਕਾਲ ਪੁਰਖ ਵਾਹਿਗੁਰੂ ਦੇ ਪ੍ਰਤੀ ਕੋਈ ਸ਼ਰਧਾ ਨਹੀਂ ਹੈ, ਜਿਨ੍ਹਾਂ ਬੰਦਿਆਂ ਦੇ ਜੀਵਨ ਬਿਲਕੁਲ ਫਿੱਕੇ ਨੇ ਇਸ ਪਾਸੇ ਤੋਂ, ਕੋਈ ਸਮਝ ਨਹੀਂ ਹੈ ਰੱਬੀ ਜੀਵਨ ਦੇ ਬਾਰੇ, ਕੋਈ ਸਮਝ ਨਹੀਂ ਵੀ ਆਤਮਾ ਦਾ ਵੀ ਕੋਈ ਸਫ਼ਰ ਹੁੰਦਾ ਹੈ ਇਸ ਦੁਨੀਆ ਦੇ ਉੱਤੇ, ਜਿਹੜੇ ਸਪਿਰਚੁਅਲਿਟੀ ਨੂੰ ਬਿਲਕੁਲ ਕੰਡੈਮ ਕਰਕੇ ਤੁਰਦੇ ਨੇ ਵੀ ਬਸ ਜੋ ਕੁਝ ਆ ਸਰੀਰ ਹੈ, ਸਰੀਰ ਹੀ ਸਾਰਾ ਕੁਝ ਧਰਮ ਹੈ, ਤੇ ਬਸ ਜੋ ਕੁਝ ਇਹਦੇ ਨਾਲ ਕਰ ਲਓ, ਖਾ ਲਓ, ਪੀ ਲਓ ਤੇ ਮੌਜਾਂ ਕਰਕੇ ਤੇ ਬਸ ਮਰ ਜਾਓ, ਉਹਨੂੰ ਮਰਜ਼ ਕਹਿੰਦੇ ਨੇ। ਅਸਲ ਦੇ ਵਿੱਚ ਸਾਕਤ ਹੈ, ਕਿਉਂਕਿ ਸੁਭਾਵਿਕ ਜੀ ਗੱਲ ਹੈ, ਧਰਮ ਦਾ ਜਿੰਨਾ ਸੰਬੰਧ ਸਾਡੇ ਆਤਮੇ ਦੇ ਨਾਲ ਹੈ ਉਹਨਾਂ ਸਰੀਰ ਦੇ ਨਾਲ ਨਹੀਂ ਹੈ। ਮਤਲਬ ਇਹ ਨਹੀਂ ਵੀ ਸਰੀਰ ਦੇ ਨਾਲ ਹੈ ਹੀ ਨਹੀਂ, ਪਰ ਗੁਰਮਤਿ ਇਹ ਕਹਿ ਰਹੀ ਹੈ ਵੀ ਸਰੀਰ ਦੇ ਉੱਤੇ ਨਾ ਰੁਕ ਜਾਓ। ਧਰਮ ਇਹ ਕਹਿੰਦਾ ਹੈ ਸਰੀਰ ਦੇ ਉੱਤੇ ਨਾ ਰੁਕ ਜਾਓ, ਸਰੀਰ ਦੇ ਵਿੱਚ ਜਿਹੜਾ ਆਤਮਾ ਹੈ ਉਹਦੇ ਵੱਲ ਵੀ ਜਾਣ ਦੀ ਕੋਸ਼ਿਸ਼ ਕਰੋ। ਉਹਦੀ ਕੀ ਮੰਗ ਹੈ, ਉਹਦੀ ਕੀ ਭੁੱਖ ਹੈ। ਜੇ ਸਰੀਰ ਦੀ ਭੁੱਖ ਨੂੰ ਹੀ ਸ਼ਾਂਤ ਕਰਦੇ ਰਹੇ ਤੇ ਇੱਕ ਨਾ ਇੱਕ ਦਿਨ ਇੱਦਾਂ ਦਾ ਆ ਜਾਣਾ ਵੀ ਹੱਡੀਆਂ ਦੇ ਵਿੱਚ ਵੀ ਤਾਕਤ ਨਹੀਂ ਰਹਿਣੀ, ਭੁੱਖ ਫਿਰ ਉੱਦਾਂ ਦੀ ਉੱਦਾਂ ਹੀ ਲੱਗੀ ਰਹਿਣੀ। ਭੁੱਖ ਸ਼ਾਂਤ ਨਹੀਂ ਹੋਵੇਗੀ, ਸਰੀਰ 'ਚੋਂ ਤਾਕਤ ਮੁੱਕ ਜਾਵੇਗੀ ਵੀ ਹੁਣ ਇਹ ਭੁੱਖ ਜਿਹੜਾ ਹੈ ਉਹ ਹੋਰ ਨਹੀਂ ਖਾ ਸਕਦਾ, ਨਹੀਂ ਤਾਂ ਭੁੱਖ ਨਹੀਂ ਮਰੇਗੀ ਕਦੀ। ਦਾਤਾਰ ਕਹਿੰਦੇ ਨੇ ਅਸਲ ਦੇ ਵਿੱਚ ਤੁਸੀਂ ਇਹੋ ਜਿਹੇ ਬੰਦੇ ਵੇਖੋਗੇ, ਇਹਨਾਂ ਦੇ ਮੂੰਹ ਦੇ ਵਿੱਚੋਂ ਜਦੋਂ ਵੀ ਬੋਲਣਗੇ ਇਹ ਬਦਬੂ ਬੋਲਣਗੇ। ਬਦਬੂ ਦਾ ਮਤਲਬ ਹੀ ਸਿੱਧਾ ਕੀ ਹੈ, ਆਪਾਂ ਆਮ ਕਰਕੇ ਆਪਣੇ ਘਰਾਂ ਦੇ ਵਿੱਚ ਵੇਖਦੇ ਹਾਂ ਕਿ ਜਿਹਦੇ ਮੂੰਹ ਦੇ ਵਿੱਚੋਂ ਬਦਬੂ ਆਉਂਦੀ ਹੋਵੇ ਉਹਦੇ ਲਾਗੇ ਮੂੰਹ ਕਰਨ ਨੂੰ ਜੀ ਨਹੀਂ ਕਰਦਾ, ਤੇ ਜਿਹਦੇ ਬੋਲਾਂ ਦੇ ਵਿੱਚੋਂ ਬਦਬੂ ਆਉਂਦੀ ਹੋਵੇ ਉਹਦੇ ਬੋਲ ਸੁਣਨ ਨੂੰ ਕਿੱਥੇ ਜੀ ਕਰੇਗਾ। ਇਹ ਨਹੀਂ ਕਿ ਸਿਰਫ ਧਾਰਮਿਕ ਜ਼ਿੰਦਗੀ ਦੀ ਗੱਲ ਹੈ, ਅਸਲ ਦੇ ਵਿੱਚ ਬੋਲਾਂ ਦੇ ਪਿੱਛੇ ਕਿਹੜਾ ਸੋਰਸ ਬੋਲਦਾ ਪਿਆ ਹੈ, ਉਸ ਸੋਰਸ ਦੇ ਹਿਸਾਬ ਦੇ ਨਾਲ ਬੋਲਾਂ ਦੇ ਵਿੱਚੋਂ ਅਗਲੇ ਬੋਲ ਨਿਕਲਦੇ ਹੁੰਦੇ ਨੇ। ਜੇ ਤੇ ਬੋਲ ਨਿਕਲਦੇ ਪਏ ਨੇ ਸਾੜੇ ਦੇ ਵਿੱਚੋਂ, ਈਰਖਾ ਦੇ ਵਿੱਚੋਂ, ਤੇ ਇਹਦਾ ਮਤਲਬ ਹੈ ਵੀ ਇਹ ਬੰਦੇ ਜਦੋਂ ਬੋਲਣਗੇ ਨਾ ਉਹ ਮੂੰਹ ਦੇ ਵਿੱਚੋਂ ਬਸ ਬਦਬੂ ਹੀ ਨਿਕਲੇਗੀ ਇਹਨਾਂ ਦੇ ਮੂੰਹ ਦੇ ਵਿੱਚੋਂ। ਤੁਸੀਂ ਅਕਸਰ ਵੇਖ ਲੈਣਾ ਸਾਰੀ ਜ਼ਿੰਦਗੀ ਇਹੋ ਜਿਹੇ ਬੰਦੇ ਗੁਰੂ ਘਰਾਂ ਦੇ ਵਿੱਚੋਂ ਲੰਗਰ ਵੀ ਖਾਂਦੇ ਰਹਿੰਦੇ ਨੇ, ਸਾਰੀ ਜ਼ਿੰਦਗੀ। ਲੋਕਾਂ ਦੇ ਕਿੰਨੇ ਕੁਝ, ਅਸੀਂ ਨਹੀਂ ਕਹਿੰਦੇ ਅਸੀਂ ਪੂਰੇ ਕਰਨ ਵਾਲੇ ਹਾਂ, ਕੌਣ ਹੈ ਅਸੀਂ, ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਹੁੰਦਾ ਹੈ। ਤੁਸੀਂ ਵੀ ਸਾਰਾ ਕੁਝ ਵਰਤਾਉਂਦੇ ਜੇ ਤੇ ਉਹੀ ਸੰਗਤ ਦੇ ਵਿੱਚ ਵਰਤਦਾ ਹੈ, ਕਿਸੇ ਇੱਕ ਬੰਦੇ ਦਾ ਇਹ ਕੁਝ ਵੀ ਨਹੀਂ ਹੈ। ਪਰ ਫਿਰ ਵੀ ਤੁਸੀਂ ਲੋਕਾਂ ਦੀਆਂ ਗੱਲਾਂ ਸੁਣ ਕੇ ਵੇਖੋ ਕਿੰਨੇ ਜਾਣੇ ਨੇ ਜਿਹੜੇ ਲੰਗਰ ਦੇ ਹੀ ਦਿਵਾਲੇ ਹੋਏ ਪਏ ਨੇ। ਖਾਣਗੇ ਵੀ ਲੰਗਰ ਜਾਂ ਤਾਂ ਹੋਵੇ ਨਾ ਵੀ ਜ਼ਿੰਦਗੀ 'ਚ ਕਦੀ ਖਾਧਾ ਨਹੀਂ, ਖਾਧਾ ਵੀ ਹੈ ਪਰ ਖਾ ਕੇ ਤੇ ਫਿਰ ਉਸ ਨੂੰ ਇੱਦਾਂ ਬੋਲਣਗੇ ਵੀ ਲੰਗਰ ਲਾਉਣ ਵਾਲੇ ਵੀ ਉਹ ਲਫ਼ਜ਼ ਜਿਹੜੇ ਤੁਸੀਂ ਵੇਖਦੇ ਹੋਵੋਗੇ ਵੀ ਕੀ ਸ਼ਬਦ ਵਰਤੇ ਜਾਂਦੇ ਨੇ। ਬਾਬਾ ਕਬੀਰ ਕਹਿੰਦੇ ਨੇ ਇਹ ਅਸਲ ਦੇ ਵਿੱਚ ਇੱਦਾਂ ਦੇ ਬੰਦੇ ਨੇ ਜਿੱਦਾਂ ਕਿਸੇ ਬੰਦੇ ਨੇ ਲਸਣ ਖਾਧਾ ਹੋਵੇ ਨਾ ਤੇ ਉਹਨੂੰ ਪ੍ਰੋਬਲਮ ਹੈ ਵੀ ਕੱਚਾ ਲਸਣ ਖਾ ਕੇ ਬੰਦਾ ਜਿੱਥੇ ਬੈਠ ਜਾਵੇ, ਵੈਸੇ ਉਹਦਾ ਸਰੀਰ ਨੂੰ ਕੁਝ ਫਾਇਦਾ ਹੁੰਦਾ ਹੈ ਪਰ ਉਹਦੇ ਨਾਲ ਮੂੰਹ ਦੇ ਵਿੱਚੋਂ ਬਦਬੂ ਆਉਣ ਲੱਗ ਪੈਂਦੀ ਹੈ। ਕਿਸੇ ਨੇ ਕੱਚਾ ਲਸਣ ਖਾਧਾ ਹੋਵੇ ਤੇ ਹੁਣ ਕੀ ਹੈ, ਉਹ ਜਿੱਥੇ ਵੀ ਜਾ ਕੇ ਬੈਠੇਗਾ ਨਾ
ਉਹਦੇ ਬੈਠਣ ਦੇ ਨਾਲ ਹੀ ਪਤਾ ਲੱਗ ਜਾਂਦਾ ਵੀ ਇਹ ਬੰਦਾ ਲਸਣ ਖਾ ਕੇ ਆਇਆ, ਬੈਠਣ ਦੇ ਨਾਲ ਹੀ। ਕੁਝ ਬੰਦੇ ਇਦਾਂ ਦੇ ਹੁੰਦੇ ਨੇ, ਉਹਨਾਂ ਦੇ ਬੋਲਾਂ ਤੋਂ ਹੀ ਪਤਾ ਲੱਗ ਜਾਂਦਾ ਵੀ ਇਹ ਬੰਦੇ ਬੋਲਦੇ ਕਿੱਥੋਂ ਪਏ, ਬੋਲਣ ਤੋਂ ਹੀ। ਇੰਨੀ ਨਫ਼ਰਤ ਮੰਦਰਾਂ ਦੇ ਨਾਲ, ਇੰਨੀ ਨਫ਼ਰਤ ਗੁਰਦੁਆਰਿਆਂ ਦੇ ਨਾਲ। ਉਹ ਬੰਦੇ, ਤੁਸੀਂ ਕਿਤੇ ਇਸ ਗੱਲ ਨੂੰ ਮਹਾਰਾਜ ਬਖਸ਼ ਲਵੇ, ਇੱਕ ਤੇ ਬੰਦੇ ਉਹ ਹੁੰਦੇ ਨੇ ਕਿ ਚਲੋ ਗੁਰਦੁਆਰੇ ਨਹੀਂ ਆਉਂਦੇ, ਮੰਦਿਰ ਨਹੀਂ ਆਉਂਦੇ, ਪਰ ਅਸੀਂ ਮੰਨਦੇ ਜ਼ਰੂਰ ਹਾਂ। ਇੱਕ ਉਹ ਬੰਦੇ ਨੇ, ਇੱਕ ਇੱਦਾਂ ਦੇ ਹੁੰਦੇ ਨੇ ਜਿਹੜੇ ਕਹਿੰਦੇ ਨੇ ਵੀ ਮੰਦਿਰ ਤੇ ਹੋਣੇ ਹੀ ਨਹੀਂ ਚਾਹੀਦੇ, ਗੁਰਦੁਆਰੇ ਤੇ ਹੋਣੇ ਹੀ ਨਹੀਂ ਚਾਹੀਦੇ ਇਸ ਦੁਨੀਆ ਦੇ ਉੱਤੇ। ਔਰ ਇੱਕ ਨਹੀਂ ਨੇ, ਬੜੇ ਨੇ। ਉਹ ਫਿਰ ਬੜੀ ਐਸ਼ ਦੇ ਨਾਲ, ਬੜੀ ਮੌਜ ਦੇ ਨਾਲ ਸਿਗਰਟਾਂ ਮੂੰਹ ਨੂੰ ਲਾ ਲਾ ਕੇ, ਸ਼ਰਾਬਾਂ ਦੇ ਜਾਮ ਮੂੰਹ ਨੂੰ ਲਾ ਲਾ ਕੇ, ਤੇ ਫਿਰ ਸੋਚਦੇ ਨੇ ਵੀ ਇਹਨੂੰ ਸੱਭਿਅਤਾ ਕਿਹਾ ਜਾਂਦਾ ਹੈ, ਇਹਨੂੰ ਕਲਚਰ ਕਿਹਾ ਜਾਂਦਾ ਹੈ, ਕਿਉਂਕਿ ਗੁਰਦੁਆਰੇ ਤੇ ਮੰਦਿਰ ਰੋਕਦੇ ਨੇ ਇਹਨਾਂ ਚੀਜ਼ਾਂ ਤੋਂ। ਫਿਰ ਉਹਨਾਂ ਨੂੰ ਉਹ ਲੱਗਦਾ ਵੀ ਇਹ ਚੀਜ਼ਾਂ ਬੰਦ ਕਰੋ, ਸਾਡੇ ਕਲਚਰ ਦੇ ਵਿੱਚ ਰੋਕ ਪਾਈ ਜਾ ਰਹੀ ਹੈ। ਔਰ ਇਸੇ ਕਰਕੇ ਵੇਖ ਲਓ, ਵਿਦੇਸ਼ਾਂ ਦੇ ਵਿੱਚ, ਵੈਸਟ ਦੇ ਵਿੱਚ ਬਹੁਤੇ ਚਰਚ ਬੰਦ ਹੋ ਗਏ। ਕਾਰਨ ਲੋਕਾਂ ਨੇ ਸਿਰਫ ਇੱਕ ਨਾ ਮਨੋਰੰਜਨ ਦਾ ਸਾਧਨ ਬਣਾ ਲਿਆ ਵੀ ਸੰਡੇ ਹੈ ਤੇ ਸੰਡੇ ਨੂੰ ਜਾਵਾਂਗੇ, ਬਾਕੀ ਰੱਬ ਦੇ ਨਾਲ ਕੋਈ ਮਤਲਬ ਨਹੀਂ। ਹਾਜ਼ਰੀ ਭਰ ਲਈ ਆ ਚਰਚ ਦੀ, ਉਹਨਾਂ ਨੇ ਵੀ ਖੁੱਲ੍ਹ ਦੇ ਦਿੱਤੀ ਵੀ ਕੋਈ ਨਹੀਂ, ਤੁਸੀਂ ਜੋ ਕਰਨਾ ਹੈ ਕਰੋ, ਪਰ ਸਿਰਫ ਐਤਵਾਰ ਦੇ ਐਤਵਾਰ ਹਾਜ਼ਰੀ ਭਰੀ ਜਾਓ। ਉਹਨਾਂ ਨੇ ਆਪਣੇ ਲਈ ਇੱਕ ਦਿਨ ਨਿਸ਼ਚਿਤ ਕਰ ਲਿਆ ਵੀ ਅਸੀਂ ਇਹ ਦਿਨ ਹੀ ਆਉਣਾ ਹੈ, ਬਾਕੀ 7 ਦਿਨ 6 ਦਿਨ ਅਸੀਂ ਜੋ ਮਰਜ਼ੀ ਕਰੀਏ, ਉਹਦਾ ਮਤਲਬ ਹੀ ਕੋਈ ਨਹੀਂ ਧਾਰਮਿਕ ਜ਼ਿੰਦਗੀ ਦੇ ਨਾਲ। ਹੁਣ ਜਿਹੜਾ ਬੰਦਾ ਤੇ ਇਦਾਂ ਕਰਦਾ ਪਿਆ ਹੈ, ਉਹਨੂੰ ਇੱਕਦਮ ਰੋਕ ਲਾਓ ਤੇ ਗੁੱਸਾ ਤੇ ਉਹਨੂੰ ਆਉਂਦਾ ਹੀ ਆ ਨਾ ਵੀ ਤੁਸੀਂ ਕੌਣ ਹੁੰਦੇ ਜੇ ਮੈਨੂੰ ਇਸ ਗੱਲ ਤੋਂ ਰੋਕਣ ਵਾਲੇ। ਅਸੀਂ ਨਹੀਂ ਕਹਿੰਦੇ ਅਸੀਂ ਰੋਕਦੇ ਹਾਂ, ਪਰ ਜਿਹੜੀ ਇੱਕ ਲਾਈਫ ਸਟਾਈਲ ਦਿੱਤਾ ਹੈ ਮਹਾਰਾਜ ਨੇ, ਉਹਨਾਂ ਚੀਜ਼ਾਂ ਦੇ ਬਾਰੇ ਅਸੀਂ ਨਹੀਂ ਬੋਲਾਂਗੇ ਤੇ ਫਿਰ ਜੋ ਹਾਲਤ ਹੈ ਸੋਸਾਇਟੀ ਦੀ ਹੋ ਜਾਵੇਗੀ, ਸਾਨੂੰ ਸਾਰਿਆਂ ਨੂੰ ਪਤਾ ਹੈ। ਉਹਨਾਂ ਬੰਦਿਆਂ ਨੂੰ ਹੌਲੀ ਹੌਲੀ ਫਿਰ ਦਿੱਕਤ ਹੋਣ ਲੱਗ ਪੈਂਦੀ ਹੈ ਕਿ ਤੁਸੀਂ ਚੰਗੀਆਂ ਗੱਲਾਂ ਕਿਉਂ ਕਰਦੇ ਜੇ, ਤੁਸੀਂ ਲੋਕਾਂ ਨੂੰ ਇਹ ਕਿਉਂ ਕਹਿੰਦੇ ਜੇ ਵੀ ਨਸ਼ਾ ਜਿਹੜਾ ਹੈ ਉਹ ਨਾ ਜਿਹੜਾ ਹੈ ਕਰਿਆ ਕਰੋ, ਤੁਸੀਂ ਲੋਕਾਂ ਨੂੰ ਇਹ ਕਿਉਂ ਕਹਿੰਦੇ ਜੇ, ਕਰਨ ਦਿਓ ਜੋ ਮਰਜ਼ੀ ਕਰਦੇ ਨੇ। ਤੇ ਫਿਰ ਲੋਕਾਂ ਨੂੰ ਪੜ੍ਹਾਇਆ ਕਿਉਂ ਜਾ ਰਿਹਾ, ਕਿਉਂ ਪੜ੍ਹਾ ਰਹੇ ਹਾਂ ਲੋਕਾਂ ਨੂੰ? ਛੱਡੋ ਪਰਾਂ, ਪੜ੍ਹਾਈ ਵੀ ਨਹੀਂ ਕਰਾਉਣੀ ਚਾਹੀਦੀ ਲੋਕਾਂ ਨੂੰ ਮਰਜ਼ੀ ਰੱਖਣੀ ਚਾਹੀਦੀ ਹੈ। ਜਿਨ੍ਹਾਂ ਨੂੰ ਇਸ ਗੱਲ ਤੋਂ ਤੇ ਦਿੱਕਤ ਹੈ ਵੀ ਭਾਈ ਬੱਚਿਆਂ ਨੂੰ ਪਾਠ ਨਾ ਸਿਖਾਇਆ ਜਾਵੇ, ਸਗੋਂ ਬੱਚਿਆਂ ਨੂੰ 10-12 ਕਿਤਾਬਾਂ ਪੜ੍ਹਾ ਦਿੱਤੀਆਂ ਜਾਣ ਉਹਦੀ ਥਾਂ ਦੇ ਉੱਤੇ, ਉਹ ਇੱਦਾਂ ਹੀ ਕਰਦੇ ਨੇ ਵੀ ਤੁਸੀਂ ਕਿਤਾਬਾਂ ਪੜ੍ਹਾਓ, ਪਾਠ ਤੇ ਬੰਦੇ ਨੂੰ ਪਿੱਛੇ ਲੈ ਕੇ ਜਾਂਦਾ ਹੈ। ਉਦੋਂ ਜਿਹੜੇ ਕਿਤਾਬਾਂ ਪੜ੍ਹਦੇ ਉਹਨਾਂ ਦੀ ਜ਼ਿੰਦਗੀ ਵੇਖ ਲਓ ਕੀ ਕਰਦੇ ਨੇ, ਨਿਰੀਆਂ ਕਿਤਾਬਾਂ ਵਾਲਿਆਂ ਦਾ ਜੀਵਨ ਵੀ ਵੇਖ ਲੈਣਾ। ਇਸ ਕਰਕੇ ਮਹਾਰਾਜ ਕਹਿੰਦੇ ਨੇ ਵੀ ਅਸਲ ਦੇ ਵਿੱਚ ਇਹੋ ਜਿਹੇ ਬੰਦੇ ਨੇ ਜਿਹੜੇ ਸਮਝ ਲਓ ਵੀ ਉਹਨਾਂ ਦੇ ਮੂੰਹ ਦੇ ਵਿੱਚੋਂ ਜਦੋਂ ਵੀ ਅਧਿਆਤਮ ਜੀਵਨ ਦੇ ਬਾਰੇ ਕੋਈ ਗੱਲ ਕਰੋਗੇ, ਉਹਨਾਂ ਦੇ ਬਾਰੇ ਧਾਰਮਿਕ ਜ਼ਿੰਦਗੀ ਦੇ ਬਾਰੇ ਕੋਈ ਗੱਲ ਕਰੋਗੇ, ਤੇ ਉਹਨਾਂ ਦੇ ਮੂੰਹ ਦੇ ਵਿੱਚੋਂ ਇੱਦਾਂ ਦੀਆਂ ਗੱਲਾਂ ਨਿਕਲਣਗੀਆਂ, ਇੱਦਾਂ ਅਗੇਂਸਟ ਇਹਨਾਂ ਚੀਜ਼ਾਂ ਦੇ ਬੋਲਣਗੇ, ਜਿੱਦਾਂ ਕਿਸੇ ਬੰਦੇ ਨੇ ਲਸਣ ਖਾਧਾ ਹੋਵੇ ਤੇ ਉਹਦੇ ਮੂੰਹ ਦੇ ਵਿੱਚੋਂ ਬਦਬੂ ਆਉਂਦੀ ਹੈ ਨਾ, ਉਹਨਾਂ ਬੰਦਿਆਂ ਦੀਆਂ ਗੱਲਾਂ ਸੁਣ ਕੇ ਇੱਦਾਂ ਦੀ ਬਦਬੂ ਆਉਂਦੀ ਹੈ। ਤੇ ਮਹਾਰਾਜ ਜੀ ਨੇ ਇੱਕ ਗੱਲ ਬੋਲੀ ਹੈ, ਅਸਲ ਦੇ ਵਿੱਚ ਇਹ ਬੰਦੇ ਇੱਦਾਂ ਦੇ ਹੁੰਦੇ ਨੇ, ਮਾਫ ਕਰਨਾ, ਜਿਹੜੇ ਸਿਰਫ ਇੱਕ ਕੰਮ ਕਰਕੇ ਜਾਂਦੇ ਨੇ, ਹੋਰ ਕੁਝ ਨਹੀਂ ਕਰਦੇ, ਸਿਰਫ ਸ਼ਰਧਾ ਦੇ ਅੱਗੇ ਕੁਐਸਚਨ ਮਾਰਕ ਕਰਕੇ ਜਾਂਦੇ ਨੇ। ਤੇ ਸ਼ਰਧਾ ਦਾ ਮਤਲਬ ਇਹ ਵੀ ਨਹੀਂ ਹੁੰਦਾ ਵੀ ਹਰ ਇੱਕ ਕੰਮ ਅੱਖਾਂ ਮੀਟ ਕੇ ਕਰੀ ਜਾਓ, ਸ਼ਰਧਾ ਦਾ ਮਤਲਬ ਇਹ ਵੀ ਨਹੀਂ ਹੁੰਦਾ। ਪਰ ਸ਼ਰਧਾ ਦਾ ਮਤਲਬ ਇਹ ਵੀ ਨਹੀਂ ਹੁੰਦਾ ਵੀ ਜਿਹੜੀ ਚੀਜ਼ ਨੂੰ ਮੰਨ ਲਿਆ ਹੈ ਤੇ ਫਿਰ ਵੀ ਉਹਦੇ ਅੱਗੇ ਕੁਐਸਚਨ ਮਾਰਕ ਆਉਣ। ਇਹ ਬੜਾ ਛੋਟਾ ਜਿਹਾ ਇੱਕ ਮਸਲਾ ਹੈ ਧਾਰਮਿਕ ਜ਼ਿੰਦਗੀ ਦਾ। ਸਤਿਗੁਰੂ ਕਹਿੰਦੇ ਨੇ, ਸੁਣ ਮੁੰਦੇ ਹਰਣਾਖੀਏ ਗੂੜਾ ਵੈਣ ਅਪਾਰ, ਪਹਿਲਾਂ ਵਸਤ ਸਿਆਣ ਕੇ ਤਾਂ ਕੀਚੈ ਵਾਪਾਰ। ਤੇ ਵੀ ਜੇ ਤੂੰ ਸਿਆਣੀ ਇਸਤਰੀ ਹੈ, ਸਿਆਣਾ ਜਿਗਿਆਸੂ ਹੈ, ਸਿਆਣਾ ਗੁਰਮੁਖ ਹੈ ਨਾ, ਤੇ ਜਦੋਂ ਤੂੰ ਇੱਥੇ ਮੱਥਾ ਟੇਕਣਾ ਹੈ ਨਾ, ਤੈਨੂੰ ਬੰਦਿਸ਼ ਨਹੀਂ ਹੈ ਵੀ ਤੂੰ ਮੱਥਾ ਟੇਕ ਹੀ ਟੇਕ, ਤੈਨੂੰ ਬੰਦਿਸ਼ ਨਹੀਂ ਹੈ। ਪਹਿਲਾਂ ਚੰਗੀ ਤਰ੍ਹਾਂ ਸਮਝ ਵੀ ਮੈਂ ਕਿਹਨੂੰ ਮੱਥਾ ਟੇਕਣ ਲੱਗਾ, ਪਹਿਲਾਂ ਸਮਝ ਉਹਨੂੰ ਵੀ ਮੈਂ ਕਾਹਦੇ ਲਈ ਮੱਥਾ ਟੇਕਦਾ ਪਿਆ। ਜਦੋਂ ਤੂੰ ਸਮਝ ਲਿਆ ਹੈ ਉਸ ਨੂੰ, ਇਹ ਨਹੀਂ ਕਹਿੰਦਾ ਵੀ ਸਾਰਾ ਸਮਝ ਲਿਆ ਹੈ, ਉਹਦਾ ਬੇਸਿਕ ਤੈਨੂੰ ਪਤਾ ਲੱਗ ਗਿਆ, ਬੇਸਿਕ ਪਤਾ ਲੱਗ ਗਿਆ ਹੈ, ਫਿਰ ਜਦੋਂ ਤੂੰ ਮੱਥਾ ਟੇਕ ਲਿਆ ਹੈ ਨਾ ਉਹਦੇ ਅੱਗੇ, ਤੇ ਤੇਰੇ ਅੱਗੇ ਪਹਿਲਾਂ ਇਹ ਗੱਲ ਕਹੀ ਗਈ ਸੀ ਵੀ ਭਾਈ ਚੰਗੀ ਤਰ੍ਹਾਂ ਪਰਖ ਲਈ ਤੇ ਫਿਰ ਸੌਦਾ ਖਰੀਦੀ, ਪਹਿਲਾਂ ਚੰਗੀ ਤਰ੍ਹਾਂ ਪਰਖ ਲੈ ਫਿਰ ਸੌਦਾ ਖਰੀਦੀ। ਪਰ ਪ੍ਰੋਬਲਮ ਕੀ ਆ ਗਈ, ਤੂੰ ਪਰਖ ਵੀ ਲਿਆ, ਤੈਨੂੰ ਇਸ ਗੱਲ ਦੇ ਬਾਰੇ ਵੀ ਪਤਾ ਲੱਗ ਗਿਆ ਵੀ ਹਾਂ ਇਹ ਜੋ ਕਹਿ ਰਿਹਾ ਹੈ ਠੀਕ ਕਹਿ ਰਿਹਾ ਹੈ, ਪਰ ਪ੍ਰੋਬਲਮ ਫਿਰ ਪਤਾ ਕੀ ਆ ਗਈ ਹੈ, ਪਰਖਣ ਤੋਂ ਬਾਅਦ ਵੀ ਤੇਰੇ ਮਨ ਦੇ ਵਿੱਚ ਅਜੇ ਵੀ ਸ਼ੱਕ ਹੀ ਚੱਲੀ ਜਾ ਰਿਹਾ ਹੈ, ਅਜੇ ਵੀ ਸ਼ੱਕ ਹੀ ਚੱਲੀ ਜਾ ਰਿਹਾ। ਤੂੰ ਪਰਖਿਆ ਵੀ ਹੈ, ਮੱਥਾ ਵੀ ਟੇਕ ਲਿਆ ਹੈ, ਪਰ ਫਿਰ ਵੀ ਸ਼ੱਕ ਘੁੰਮੀ ਜਾਂਦਾ ਹੈ। ਇਹ ਬਸ ਆਹ ਕੰਮ ਸਾਕਤ ਦਾ ਹੁੰਦਾ, ਉਹਨੇ ਤੁਹਾਡੇ ਮਾਈਂਡ ਦੇ ਵਿੱਚ ਕੁਐਸਚਨ ਮਾਰਕ ਪੈਦਾ ਕਰ ਦੇਣਾ ਹੈ। ਇਹਦਾ ਮਤਲਬ ਇਹ ਨਹੀਂ, ਮਾਫ ਕਰਨਾ,
ਵੀ ਕਿਤੇ ਜਾ ਕੇ ਐਵੇਂ ਹੀ ਉਹ ਹੋਰ ਥਾਂ ਦੇ ਉੱਤੇ ਇਦਾਂ ਕਰੀ ਜਾਈਏ ਵੀ ਜਿੱਥੇ ਲੋੜ ਵੀ ਨਹੀਂ ਉੱਥੇ ਦਾਨ ਕਰ ਦਿੱਤਾ ਜੀ, ਮੇਰੀ ਤੇ ਸ਼ਰਧਾ ਹੈ। ਇਹ ਪਾਸਾ ਨਹੀਂ ਹੈ ਸ਼ਰਧਾ ਦਾ। ਸ਼ਰਧਾ ਦਾ ਮਤਲਬ ਹੁੰਦਾ ਹੈ ਸਾਡੀ ਸਮਝ ਕਿੰਨੀ ਹੈ, ਉਹ ਇੱਕ ਪਾਸਾ ਹੈ ਗੁਰਮਤਿ ਦਾ। ਅਸੀਂ ਸ਼ਰਧਾ ਦੀ ਗੱਲ ਨਹੀਂ ਕਰਾਂਗੇ। ਪਰ ਉਹਨੇ ਕੀ ਕਰਨਾ ਹੈ ਕਿ ਤੁਸੀਂ ਘਰ ਤੋਂ ਤੁਰ ਕੇ ਆਏ ਗੁਰਦੁਆਰੇ, ਹੈ ਤੇ ਬੜਾ ਛੋਟਾ ਜਿਹਾ ਲਫ਼ਜ਼ ਹੈ, ਮਾਫ਼ ਕਰਨਾ, ਚਲੋ ਅੱਜ ਇਹ ਵਿਸ਼ਾ ਚਲਾ ਗਿਆ ਹੈ ਤੇ ਬਾਬਾ ਕਬੀਰ ਦਾ ਇਹ ਪਾਸਾ ਲੈ ਲਈਏ। ਬਚਣਾ ਚਾਹੀਦਾ ਹੈ ਇਹਨਾਂ ਬੰਦਿਆਂ ਤੋਂ। ਉਹ ਕਹਿੰਦੇ ਨੇ ਕਿ ਅਸੀਂ ਮੰਨ ਲਓ ਘਰ ਦੇ ਵਿੱਚੋਂ ਗੁਰਦੁਆਰੇ ਆਏ ਤੇ ਸਾਡੇ ਘਰ ਦਾ ਹੀ ਕੋਈ ਮੈਂਬਰ ਇਦਾਂ ਦਾ ਹੋਵੇ, ਬੜੇ ਹੁੰਦੇ ਨੇ ਵੈਸੇ, ਘਰ ਦਾ ਮੈਂਬਰ ਜਾਂ ਗਲੀ ਦੇ ਵਿੱਚ ਮਿਲਣ ਵਾਲਾ, ਪੁੱਛੋ ਵੀ ਕਿੱਥੇ ਜਾ ਰਹੇ ਹਾਂ ਜੀ, ਗੁਰਦੁਆਰੇ ਜਾ ਰਹੇ ਹਾਂ, ਤੇ ਅਗਲਾ ਕਹਿ ਦੇਵੇ ਵੀ ਛੱਡ ਪਰਾਂ ਗੁਰਦੁਆਰੇ ਕੀ ਪਿਆ, ਛੱਡ ਪਰਾਂ ਮੰਦਿਰ ਕੀ ਪਿਆ ਹੋਇਆ। ਸਾਡੇ ਲਈ ਤੇ ਬੜੀ ਛੋਟੀ ਜੀ ਗੱਲ ਹੈ, ਅਸੀਂ ਧਿਆਨ ਵੀ ਨਹੀਂ ਦੇਵਾਂਗੇ, ਅਸੀਂ ਆ ਜਾਵਾਂਗੇ। ਤੇ ਜੇ ਭਲਾ ਰੋਜ਼ ਹੀ ਮਿਲ ਕੇ ਕੋਈ ਇਦਾਂ ਕਹਿਣ ਲੱਗ ਪਵੇ, ਰੋਜ਼ ਹੀ ਇਦਾਂ ਕਹਿਣ ਲੱਗ ਪਵੇ, ਫਿਰ ਇੱਕ ਨਾ ਇੱਕ ਦਿਨ ਨਾ ਮਾਈਂਡ ਸੋਚਣਾ ਸ਼ੁਰੂ ਕਰ ਦਿੰਦਾ ਵੀ ਇਹ ਕਹਿ ਕੀ ਰਿਹਾ ਹੈ, ਕਿਉਂਕਿ ਹਰ ਇੱਕ ਦੀ ਗੱਲ ਦਾ ਤੇ ਅਸਰ ਹੋਵੇਗਾ ਹੀ ਹੋਵੇਗਾ। ਇੱਥੇ ਰੋਜ਼ ਕਹਿੰਦੇ ਰਹਿੰਦੇ ਨੇ ਤੇ ਗੁਰਦੁਆਰੇ ਆਉਣ ਵਾਲੇ ਵੀ ਵੱਧ ਜਾਂਦੇ ਨੇ। ਰੋਜ਼ ਕਹਿਣਾ ਬੰਦ ਕਰ ਦਿਓ, ਸਾਰੇ ਹੀ ਹਟ ਜਾਣਗੇ, ਜਿੰਨਾ ਮਰਜ਼ੀ ਜ਼ੋਰ ਲਾ ਲਓ। ਕਿੰਨੇ ਗੁਰਦੁਆਰੇ ਨੇ ਜਿੱਥੇ ਕੋਈ ਨਹੀਂ ਆਉਂਦਾ, ਉਹ ਇਕੱਲਾ ਹੀ ਪਾਠ ਕਰਕੇ ਮੁੜ ਜਾਂਦਾ, ਭਾਈ ਕਰੀ ਜਾਣ। ਕਿੰਨੇ ਗੁਰਦੁਆਰੇ ਨੇ ਇੱਦਾਂ ਦੇ, ਨਾ ਉਹਨਾਂ ਕਦੀ ਕਿਹਾ ਵੀ ਆਓ ਤੇ ਨਾ ਲੋਕਾਂ ਨੇ ਕਦੀ ਸੋਚਿਆ ਵੀ ਅਸੀਂ ਜਾਣਾ। ਤੁਰਦਿਆਂ ਜਾਂਦਿਆਂ ਦੇ ਮਨ ਦੇ ਵਿੱਚ ਇੱਕ ਗੱਲ ਵਾੜ ਦਿੱਤੀ ਹੈ ਵੀ ਭਾਈ ਕੀ ਫਾਇਦਾ ਹੈ ਪਾਠ ਕਰਨ ਦਾ, ਕਿਉਂਕਿ ਹਰ ਕੋਈ ਬੰਦਾ ਪਹਿਲਾਂ ਤੇ ਇਦਾਂ ਸੋਚਦਾ ਨਾ ਵੀ ਮੈਂ ਇੱਧਰੋਂ ਪੈਸੇ ਦੇਵਾਂ ਤੇ ਇੱਧਰੋਂ ਮੇਰਾ ਫਾਇਦਾ ਨਾਲੇ ਨਿਕਲ ਆਵੇ। ਧਾਰਮਿਕ ਜ਼ਿੰਦਗੀ ਬੜਾ ਵੱਖਰਾ ਤਰੀਕਾ ਲੈ ਕੇ ਚੱਲਦੀ ਹੈ। ਅਸੀਂ ਬਾਹਰਲੀ ਦੁਨੀਆ ਦੇ ਵਿੱਚ ਚੀਜ਼ ਪਹਿਲਾਂ ਦਿੰਦੇ ਹਾਂ, ਵਿਸ਼ਵਾਸਵਾਦ ਦੇ ਵਿੱਚ ਕਰਦੇ ਹਾਂ। ਮਹਾਰਾਜ ਕਹਿੰਦੇ ਧਾਰਮਿਕ ਜ਼ਿੰਦਗੀ ਸ਼ੁਰੂ ਹੀ ਇਦਾਂ ਹੁੰਦੀ ਹੈ ਵੀ ਜਾ ਕੇ ਇਹਦਾ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਮੈਂ ਕਹੀ ਜਾਵਾਂ ਜੀ ਗੁਰਦੁਆਰੇ ਆਓ ਤੁਹਾਡੀ ਜ਼ਿੰਦਗੀ ਸੁਧਰ ਜਾਵੇਗੀ, ਤੁਸੀਂ ਮੈਨੂੰ ਪਹਿਲਾਂ ਕਹੋਗੇ ਵੀ ਲਿਆ ਕਿੱਦਾਂ ਸੁਧਰਦੀ ਹੈ, ਮੇਰੇ ਕੋਲ ਕੀ ਸਬੂਤ ਹੈ ਤੁਹਾਨੂੰ ਵਿਖਾਉਣ ਵਾਲਾ ਵੀ ਸੁਧਰ ਜਾਂਦੀ ਹੈ? ਕੋਈ ਸਬੂਤ ਹੈ ਹੀ ਨਹੀਂ। ਪਰ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਕੀ ਕਹਿੰਦੇ ਨੇ? ਕਹਿੰਦੇ ਯਕੀਨ ਕਰੋਗੇ ਤੇ ਸੁਧਰ ਵੀ ਜਾਵੇਗੀ, ਨਹੀਂ ਯਕੀਨ ਕਰੋਗੇ ਤਾਂ ਤੁਸੀਂ ਆਉਂਦੇ ਵੀ ਰਹੋ, ਕੁਝ ਨਹੀਂ ਬਣੇਗਾ, ਜਿੱਥੇ ਮਰਜ਼ੀ ਜ਼ੋਰ ਲਈ ਜਾਓ। ਉਸ ਨੂੰ ਸੁੱਖ ਨਾ ਉਪਜਿਆ ਭਾਵੇਂ 100 ਗੇੜਾ ਆਓ ਜਾਓ। ਮਹਾਰਾਜ ਕਹਿੰਦੇ ਮਾਰੀ ਜਾਓ ਗੇੜੇ, ਗੇੜੇ ਮਾਰਨ ਨਾਲ ਕੀ ਹੁੰਦਾ? ਪਰ ਸਾਡੀ ਇਦਾਂ ਦਾ ਹਾਲ ਬਣਾਉਣ ਵਾਲੇ ਕੌਣ ਨੇ? ਇਹ ਬਹੁਤੇ ਉਹ ਹੋਣਗੇ ਜਿਨ੍ਹਾਂ ਨੂੰ ਮੈਂ ਬਹੁਤ ਵਾਰ ਕਹਿੰਦਾ ਹੁੰਦਾ, ਮਹਾਰਾਜ ਬਖਸ਼ ਲਵੇ, ਖੁਸ਼ੀਆਂ ਦੇ ਮੌਕੇ ਤੇ ਰੱਬ ਸਾਰਿਆਂ ਨੂੰ ਦਿੰਦਾ ਹੈ, ਜਿਨ੍ਹਾਂ ਨੂੰ 10-10 12-12 1-1 ਵਜੇ ਤੱਕ ਡੀਜੇ ਤੋਂ ਕੋਈ ਦਿੱਕਤ ਨਹੀਂ ਆਉਂਦੀ, ਘਰ ਦੇ ਵਿੱਚ ਡੈਕ ਉੱਚੀ ਉੱਚੀ ਲਾ ਕੇ ਬੈਠੇ ਹੋਣਗੇ, ਕੋਈ ਦਿੱਕਤ ਨਹੀਂ। ਪਰ ਕਿਤੇ ਗੁਰਦੁਆਰੇ ਦਾ ਮਾੜਾ ਜਿਹਾ ਵੀ ਸਪੀਕਰ, ਮੰਦਿਰ ਦਾ ਮਾੜਾ ਜਿਹਾ ਵੀ ਸਪੀਕਰ ਥੋੜ੍ਹਾ ਜਿਹਾ ਅੱਗੇ ਕਿਤੇ ਆਵਾਜ਼ ਉੱਚੀ ਹੋ ਜਾਵੇ ਤੇ ਇਹਨਾਂ ਨੂੰ ਇੰਝ ਲੱਗਦਾ ਵੀ ਸਭ ਤੋਂ ਜ਼ਿਆਦਾ ਦੁਖੀ ਕਰਨ ਵਾਲੇ ਲੋਕ ਇਹ ਨੇ ਇਸ ਦੁਨੀਆ ਦੇ ਉੱਤੇ। ਪ੍ਰੋਬਲਮ ਹੈ। ਸਾਰਾ ਦਿਨ ਕੰਨਾਂ ਦੇ ਵਿੱਚ ਹੈੱਡਫੋਨ ਲਾ ਕੇ ਗਾਣੇ ਸੁਣਦੇ ਰਹਿਣਗੇ ਤੇ ਜੇ ਕਿਤੇ ਘਰ ਦਾ ਮੈਂਬਰ ਉੱਚੀ ਪਾਠ ਕਰਨ ਲੱਗ ਪਏ ਤਾਂ ਉਹਨੂੰ ਪਤਾ ਕੀ ਕਹਿਣਗੇ, ਤੂੰ ਹੌਲੀ ਪਾਠ ਕਰ, ਤੇਰੀ ਆਵਾਜ਼ ਸਾਨੂੰ ਆਉਂਦੀ ਹੈ। ਇਹ ਘਰਾਂ ਦੇ ਹਾਲ ਨੇ। ਔਰ ਮਹਾਰਾਜ ਕਹਿੰਦੇ ਵੇਖ ਲਓ ਗਿਣਤੀਆਂ ਵਧੀ ਜਾਣੀਆਂ ਨੇ। ਅਸਲ ਦੇ ਵਿੱਚ ਇਹ ਇਦਾਂ ਦੇ ਬੰਦੇ ਨੇ, ਇਹ ਜਦੋਂ ਬੋਲਣਗੇ ਮੂੰਹ ਦੇ ਵਿੱਚੋਂ ਬਦਬੂਦਾਰ ਬੋਲਣਗੇ। ਬੁਰਾ ਨਾ ਮਨਾਇਓ, ਕੁਝ ਲਫ਼ਜ਼ ਸਿੱਧੇ ਸਿੱਧੇ ਹੁੰਦੇ ਨੇ, ਇਸ ਕਰਕੇ ਆ ਅਰਥ ਬਣ ਜਾਂਦੇ ਨੇ। ਕਬੀਰ ਸਾਕਤ ਐਸਾ ਹੈ ਜੈਸੀ ਲਸਣ ਕੀ ਖਾਨ। ਇਹ ਕਬੀਰ ਸਾਕਤ ਬੰਦਾ, ਰੱਬ ਨਾਲੋਂ ਟੁੱਟਾ ਹੋਇਆ ਬੰਦਾ ਇਦਾਂ ਦਾ ਹੈ ਜਿੱਦਾਂ ਕੋਈ ਲਸਣ ਦਾ ਸਟੋਰ ਹੋਵੇ। ਤੁਸੀਂ ਸੁਣਿਆ ਹੋਵੇਗਾ ਗਾਰਲਿਕ, ਪਤਾ ਹੀ ਹੈ ਤੁਹਾਨੂੰ। ਉਹਦਾ ਕਿਤੇ ਕੱਚਾ ਵੀ ਸਵਾਦ ਲੈ ਕੇ ਵੇਖਿਆ ਜਾਵੇ, ਪਹਿਲੀ ਗੱਲ ਤੇ ਖਾਧਾ ਹੀ ਨਹੀਂ ਜਾਂਦਾ, ਤੇ ਜੇ ਖਾ ਵੀ ਲਵੇ ਬੰਦਾ ਤੇ ਜਿਹਨੇ ਖਾਧਾ ਹੁੰਦਾ ਉਹਦੇ ਮੂੰਹ 'ਚੋਂ ਬਦਬੂ ਨਹੀਂ ਜਾਂਦੀ। ਉਹਦੀ ਬਦਬੂ ਦੂਰ ਕਰਨ ਦੇ ਲਈ ਲੋਕ ਹਰੀ ਇਲਾਚੀ ਖਾਂਦੇ ਨੇ ਤਾਂ ਕਿ ਬਦਬੂ ਦੂਰ ਹੋ ਜਾਵੇ, ਇੰਨੀ ਬਦਬੂ ਹੁੰਦੀ ਹੈ ਉਹਦੀ। ਤੇ ਹੁਣ ਸੋਚੋ ਉਹ ਬੰਦਾ ਜਿਹਦੇ ਵੀ ਲਾਗੇ ਬੈਠਦਾ ਨਾ, ਉਹਨੂੰ ਪਤਾ ਲੱਗ ਜਾਂਦਾ ਵੀ ਇਹ ਬੰਦਾ ਲਸਣ ਖਾ ਕੇ ਆਇਆ। ਤੇ ਜਿਹੜੇ ਬੰਦੇ ਇਦਾਂ ਦੇ ਨੇ ਰੱਬ ਨਾਲੋਂ ਟੁੱਟੇ ਹੋਏ, ਉਹ ਜਦੋਂ ਬੋਲਣਗੇ ਬਸ ਤੋੜਨ ਵਾਲਾ ਬੋਲਣਗੇ। ਲੰਗਰ ਵਰਤਾ ਕੇ ਕੀ ਹੋ ਜਾਵੇਗਾ, ਸੇਵਾ ਕਰਕੇ ਕੀ ਹੋ ਜਾਵੇਗਾ, ਆਹ ਕਰਕੇ ਕੀ ਹੋ ਜਾਵੇਗਾ, ਗੁਰਦੁਆਰੇ ਜਾ ਕੇ ਕੀ ਹੋ ਜਾਵੇਗਾ, ਤੇ ਫਿਰ ਸ਼ਰਾਬਾਂ ਪੀ ਕੇ ਕੀ ਹੋ ਜਾਵੇਗਾ, ਸਿਗਰਟਾਂ ਪੀ ਕੇ ਕੀ ਹੋ ਜਾਵੇਗਾ, ਕੀ ਹੋ ਜਾਵੇਗਾ ਜ਼ਿੰਦਗੀ ਦੇ ਵਿੱਚ? ਹੋਵੇਗਾ ਤਾਂ ਕੁਝ ਵੀ ਨਹੀਂ। ਉੱਥੇ ਕੀ ਹਾਸਲ ਹੋਇਆ? ਪ੍ਰੋਬਲਮ ਇਹ ਹੈ ਜੋ ਮੈਂ ਕਰਦਾ ਪਿਆ ਹਾਂ ਉਹ ਕੰਮ ਠੀਕ ਹੈ। ਮਰਦ ਕਹਿੰਦੇ ਨੇ ਭਾਈ ਸਾਕਤ, ਕਬੀਰ ਸਾਕਤ ਐਸਾ ਹੈ ਜੈਸੇ ਲਸਣ ਕੀ ਖਾਨ, ਕੋਨੇ ਬੈਠੇ ਖਾਈ ਹੈ। ਉਹਨੇ ਸੋਚੀ ਤੇ ਇੱਕ ਨੁੱਕਰ ਦੇ ਵਿੱਚ ਬੈਠ ਕੇ, ਕੋਨੇ ਦੇ ਵਿੱਚ ਬੈਠ ਕੇ ਖਾਣਾ ਹੈ। ਜੋ ਕੁਝ ਉਹਦੇ ਦਿਮਾਗ ਦੇ ਵਿੱਚ ਘੁੰਮਦਾ ਪਿਆ ਨਾ, ਉਹ ਇੱਕ ਕਮਰੇ ਦੇ ਵਿੱਚ ਬੈਠ ਕੇ ਘੁੰਮਦਾ ਪਿਆ ਹੈ। ਪਰ ਜਿੱਥੇ ਜਿੱਥੇ ਉਹਨੇ ਮਿਲਣਾ, ਉਹਨੇ ਉੱਥੇ ਉੱਥੇ ਹੀ ਉਹ ਦਾਗ ਲਾਈ ਜਾਣਾ। ਜਿੱਥੇ ਜਿੱਥੇ ਵੀ ਗਿਆ ਉਹਨੇ ਉੱਥੇ ਉੱਥੇ ਹੀ ਉਹ ਬਦਬੂ ਖਿਲਾਰਦੇ ਰਹਿਣਾ। ਕੋਨੇ ਬੈਠੇ ਖਾਈਏ, ਪ੍ਰਗਟ ਹੋਏ ਨਿਦਾਨ। ਇਸ ਕਰਕੇ ਮੈਂ ਇਹ ਵੀ ਬੇਨਤੀ ਕਰ ਦੇਵਾਂ
ਕਿਉਂਕਿ ਅਸੀਂ ਤੇ ਇਹਨਾਂ ਲੋਕਾਂ ਨੂੰ ਬੜਿਆਂ ਨੂੰ ਜਾਣਦੇ ਹਾਂ। ਮਰਦ ਬਖਸ਼ ਲਵੇ, ਇਹ ਉਹ ਬੰਦੇ ਨੇ ਜਿਨ੍ਹਾਂ ਨੂੰ ਗੁਰਦੁਆਰਿਆਂ ਤੋਂ ਬਹੁਤ ਦਿੱਕਤ ਹੈ, ਜਿਨ੍ਹਾਂ ਨੂੰ ਧਾਰਮਿਕ ਸਥਾਨਾਂ ਤੋਂ ਬਹੁਤ ਦਿੱਕਤ ਹੈ ਵੀ ਇਹ ਅਸਥਾਨ ਨਹੀਂ ਸੀ ਹੋਣੇ ਚਾਹੀਦੇ। ਉਹ ਤਾਂ ਕਹਿੰਦੇ ਵੀ ਧਰਮ ਨਸ਼ਾ ਹੈ, ਧਰਮ ਹੋਰ ਕੀ ਹੈ, ਬਾਹਰ ਭਾਵੇਂ ਨਸ਼ਾ ਹੀ ਕਰੀ ਜਾਣ। ਇਸ ਕਰਕੇ ਬਾਬਾ ਕਬੀਰ ਕਹਿੰਦੇ ਇਹੋ ਜਿਹੇ ਬੰਦਿਆਂ ਤੋਂ ਬਚ ਜਾਓ, ਇਹਨਾਂ ਨੇ ਤੁਹਾਡੀ ਸ਼ਰਧਾ ਖਤਮ ਕਰਕੇ ਰੱਖ ਦੇਣੀ ਹੈ। ਤੇ ਜਿੱਦਣ ਸ਼ਰਧਾ ਖਤਮ ਹੋ ਗਈ ਨਾ, ਉਦਣ ਤੁਸੀਂ ਪਾਠ ਕਰਦੇ ਕਰਦੇ ਵੀ ਉਹ ਸੋਚੋਗੇ ਵੀ ਮੈਂ ਕਰੀ ਤੇ ਜਾਣਾ, ਕੁਝ ਹੋਵੇਗਾ ਵੀ ਕਿ ਨਹੀਂ, ਮੈਂ ਗੁਰਦੁਆਰੇ ਆਈ ਤੇ ਜਾਣਾ, ਕੁਝ ਹੋਵੇਗਾ ਵੀ ਕਿ ਨਹੀਂ। ਅਸੀਂ ਪਹਿਲਾਂ ਹੀ ਇਸ ਪਾਸੇ ਤੇ ਤੁਰਦੇ ਹਾਂ। ਕੁਝ ਹੋਣਾ ਕਿ ਨਹੀਂ ਹੋਣਾ, ਕਿਸੇ ਦੇ ਕੋਲ ਸਰਟੀਫਿਕੇਟ ਨਹੀਂ ਹੈ, ਕਿਸੇ ਦੇ ਕੋਲ ਨਹੀਂ। ਹੋ ਸਕਦਾ ਪਹਿਲੇ ਦਿਨ ਹੀ ਸਾਰਾ ਕੁਝ ਹੋ ਜਾਵੇ, ਤੇ ਹੋ ਸਕਦਾ ਗੇੜੇ ਮਾਰਦੇ ਰਹੋ ਨਹੀਂ ਕੁਝ ਹੋਵੇ। ਕੀ ਕੌਣ ਜਿੱਦ ਸਕਦਾ ਰੱਬ ਦੇ ਨਾਲ ਵੀ ਆ ਮੈਂ ਆ ਰਿਹਾ ਤੇ ਮੇਰੇ ਨਾਲ ਇਦਾਂ ਕਰ। ਪਰ ਬਾਬਾ ਕਬੀਰ ਕਹਿੰਦੇ ਇਹੋ ਜਿਹੇ ਬੰਦਿਆਂ ਤੋਂ ਬਚ ਜਾਇਓ। ਇਹੋ ਜਿਹੇ ਬੰਦਿਆਂ ਨੇ ਆਪ ਤੇ ਟੁੱਟਣਾ ਹੀ ਆ, ਤੁਹਾਨੂੰ ਵੀ ਤੋੜ ਕੇ ਰੱਖ ਦੇਣਗੇ। ਔਰ ਪਤਾ ਕਿੱਦਾਂ ਦੀ ਉਦਾਹਰਨ ਦਿੱਤੀ ਆ ਬਾਬਾ ਕਬੀਰ ਸਾਹਿਬ ਨੇ। ਬਾਬਾ ਕਬੀਰ ਕਹਿੰਦੇ ਨੇ ਮਾਰੀ ਮਰੋ ਕੁਸੰਗ ਕੀ, ਕੇਲੇ ਨਿਕਟ ਜੋ ਬੇਰ, ਉਹ ਝੂਲੇ ਉਹ ਚੀਰੀਐ ਸਾਕਤ ਸੰਗ ਨਾ ਹੇਰ। ਆਪ ਜੀ ਨੇ ਕੇਲਿਆਂ ਦਾ ਦਰਖਤ ਵੇਖਿਆ ਹੋਵੇਗਾ, ਬੜਾ ਮੁਲਾਇਮ ਹੁੰਦਾ, ਬੜਾ ਸੌਫਟ ਹੁੰਦਾ, ਉਹਦਾ ਤਣਾ ਹੁੰਦਾ ਹੀ ਨਹੀਂ ਆ, ਲੱਕੜ ਦਾ ਹੁੰਦਾ ਹੀ ਨਹੀਂ ਉਹਦਾ। ਤੇ ਬੇਰੀ ਦਾ ਦਰਖਤ ਵੀ ਆਪ ਜੀ ਨੇ ਵੇਖਿਆ ਹੋਵੇਗਾ, ਜਿਹਨੂੰ ਬੇਰ ਲੱਗਦੇ ਨੇ, ਕੰਡੇ ਲੱਗੇ ਹੁੰਦੇ ਨੇ ਉਹਨੂੰ। ਬਾਬਾ ਕਬੀਰ ਕਹਿੰਦੇ ਕਦੀ ਇੱਦਾਂ ਸੋਚ ਕੇ ਵੇਖਿਓ ਵੀ ਬੇਰੀ ਦਾ ਤੇ ਕੇਲਿਆਂ ਦਾ ਦਰਖਤ ਨਾ ਦੋਵੇਂ ਇਕੱਠੇ ਉੱਗ ਪਏ ਹੋਣ, ਜਦੋਂ ਹਨੇਰੀ ਆਵੇਗੀ ਬੇਰੀ ਨੂੰ ਕੀ ਫਰਕ ਪੈਂਦਾ। ਪਰ ਜੇ ਕਿਤੇ ਹਨੇਰੀ ਆ ਗਈ ਤੇ ਕੇਲਿਆਂ ਦੇ ਪੌਦੇ ਦਾ ਕੀ ਬਣੇਗਾ? ਉਹ ਜਿੰਨੇ ਕੰਡੇ ਨੇ ਉਹ ਸਾਰੇ ਉਹਦੇ ਪੱਤਿਆਂ ਦੇ ਵਿੱਚ ਲੱਗ ਕੇ ਤੇ ਕੇਲੇ ਦੇ ਪੌਦੇ ਦਾ ਸਾਰਾ ਹੀ ਕੰਮ ਖਰਾਬ ਕਰਕੇ ਰੱਖ ਦਿੰਦੇ ਨੇ, ਸਾਰਾ ਹੀ ਚੀਰ ਕੇ ਰੱਖ ਦਿੰਦੇ ਨੇ। ਉਹਨੂੰ ਬਾਬਾ ਕਬੀਰ ਕਹਿੰਦੇ ਨੇ ਮਾਰੀ ਮਰੋ ਕੁਸੰਗ ਕੀ, ਮਾਰੇ ਸਾਥ ਲੈ ਕੇ ਤੇ ਮਰ ਜਾਂਦੀ ਹੈ ਕੌਣ? ਕੇਲੇ ਨਿਕਟ ਜੋ ਬੇਰ, ਕੇਲੇ ਦਾ ਉਹ ਦਰਖਤ ਜਿਹੜਾ ਬੇਰੀ ਦੇ ਨੇੜੇ ਹੈ, ਉਹ ਮਾੜੀ ਸੰਗਤ ਕਰਕੇ ਮਰ ਜਾਂਦਾ ਹੈ। ਉਹ ਝੂਲੇ ਬੇਰੀ ਦਾ ਦਰਖਤ ਤੇ ਆਪਣੇ ਆਪ ਝੂਲਦਾ ਹੀ ਹੈ ਨਾ, ਉਹ ਤਾਂ ਬਸ ਮਾੜੀਆਂ ਮੋਟੀਆਂ ਗੱਲਾਂ ਹੀ ਕਰਦਾ ਹੈ ਨਾ, ਪਰ ਨਾਲ ਕੀ ਹੈ, ਉਹ ਚੀਰੀ ਹੈ। ਵਿਚਾਰਾ ਕੇਲੇ ਦਾ ਜਿਹੜਾ ਦਰਖਤ ਹੁੰਦਾ ਉਹ ਤੇ ਚੀਰਿਆ ਜਾਂਦਾ। ਉਹਨੇ ਤਾਂ ਬਸ ਮਾੜੀ ਮੋਟੀ ਗੱਲ ਹੀ ਕਹਿਣੀ ਆ ਵੀ ਲੈ ਛੱਡ ਪਰਾਂ, ਪਾਠ ਕਰਨ ਦੇ ਨਾਲ ਕੀ ਹੁੰਦਾ, ਜਿਹੜੇ ਅੱਗੇ ਪਾਠ ਕਰਦੇ ਉਹਨਾਂ ਦਾ ਕੀ ਬਣ ਗਿਆ। ਉਹ ਤਾਂ ਬਸ ਹਿੱਲਿਆ ਹੀ ਆ ਮਾੜਾ ਜਿਹਾ, ਜਿਹੜਾ ਕਰਦਾ ਸੀ ਉਹਨੂੰ ਵੀ ਹਟਾ ਕੇ ਰੱਖ ਦਿੱਤਾ ਉਹਨੇ। ਔਰ ਵੇਖ ਲਓ ਲਗਭਗ ਅਸੀਂ ਸਾਰੇ ਬੈਠੇ ਹੋਵਾਂਗੇ, ਬੁਰਾ ਨਾ ਮੰਨਿਓ, ਜਦੋਂ ਸਾਡੇ ਮਾਂ ਪਿਓ ਸਾਨੂੰ ਕਹਿੰਦੇ ਹੁੰਦੇ ਸੀ ਨਾ 12-13 ਸਾਲਾਂ ਦੀ ਉਮਰ ਤੱਕ ਅਸੀਂ ਸਾਰੇ ਪਾਠ ਕਰ ਲੈਂਦੇ ਹਾਂ, ਗਾਂ ਵੇਖ ਲਓ ਕੀ ਹਾਲ ਹੋ ਜਾਂਦੇ ਨੇ। ਜੀ ਨਹੀਂ ਕਰਦਾ ਪਾਠ ਕਰਨ ਨੂੰ। ਉਹ ਕਿਉਂ ਨਹੀਂ ਜੀ ਕਰਦਾ? ਇਹ ਨਾਲਦਿਆਂ ਦੀ ਕਿਰਪਾ ਹੈ, ਜਿਨ੍ਹਾਂ ਦੇ ਲਾਗੇ ਬੈਠਦੇ ਹਾਂ, ਬਸ ਉਹਨਾਂ ਨੇ ਚੀਰ ਕੇ ਰੱਖ ਦਿੱਤਾ ਹੈ। ਸਾਨੂੰ ਲੱਗਦਾ ਵੀ ਸਾਡੀ ਦੋਸਤੀ ਬੜੀ ਕਮਾਲ ਦੀ ਹੈ। ਉਹ ਝੂਲੇ ਉਹ ਚੀਰੀ ਹੈ ਸਾਕਤ ਸੰਗ ਨਾ ਹੇਰ। ਬਾਬਾ ਕਬੀਰ ਕਹਿ ਰਹੇ ਕੋਨੇ ਬੈਠੇ ਖਾਈਏ, ਕਿਸੇ ਨੁੱਕਰ ਦੇ ਵਿੱਚ, ਕਾਰਨਰ ਦੇ ਵਿੱਚ ਬੈਠਾ ਉਹ ਬਸ ਆਪਣੀ ਗੱਲ ਕਰਦਾ ਹੈ, ਪਰ ਜਦੋਂ ਉਹਦੀ ਗੱਲ ਸਾਰੇ ਪਾਸੇ ਫੈਲਦੀ ਹੈ, ਪ੍ਰਗਟ ਹੋਏ ਨਿਦਾਨ ਅੰਤ ਨੂੰ ਪ੍ਰਗਟ ਹੋ ਜਾਂਦੀ ਹੈ। ਆਪ ਤੇ ਟੁੱਟਾ ਹੀ ਹੈ, ਹੋਰ ਕਈਆਂ ਨੂੰ ਤੋੜ ਦਿੰਦਾ ਹੈ। ਆਪ ਤੇ ਡਿੱਗਿਆ ਹੀ ਪਿਆ ਹੈ, ਹੋਰ ਵੀ ਕਈਆਂ ਨੂੰ ਡੇਗ ਦਿੰਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਇਹੋ ਜਿਹੀ ਸੰਗਤ ਤੋਂ ਬਚਿਓ ਜਿਹੜੇ ਅੰਦਰੋਂ ਜੀਵਨ ਨੂੰ ਸੁਕਾ ਦੇਣ, ਜਿਹੜੇ ਕਹਿਣ ਵੀ ਸਰੀਰ ਹੀ ਸਾਰਾ ਕੁਝ ਹੈ। ਇਹੋ ਜਿਹੇ ਬੰਦਿਆਂ ਤੋਂ ਬਚ ਕੇ ਫਿਰ ਅਗਲਾ ਬਚਨ ਵੇਖੋ, ਕਬੀਰ ਮਾਇਆ ਡੋਲਨੀ ਪਵਨ ਝਕੋਲਨ ਹਾਰ, ਸੰਤੋਂ ਮਾਖਨ ਖਾਇਆ ਛਾਛ ਪੀਐ ਸੰਸਾਰ। ਇਹ ਬੜਾ ਇਦਾਂ ਦਾ ਵਿਸ਼ਾ ਹੈ। ਜੇਕਰ ਆਪ ਜੀ ਨੇ ਕਦੀ ਦੁੱਧ ਰਿੜਕਦਾ ਵੇਖਿਆ ਹੋਵੇਗਾ ਵੀ ਦੁੱਧ ਕਿੱਦਾਂ ਰਿੜਕਿਆ ਜਾਂਦਾ, ਵੈਸੇ ਤਾਂ ਸਾਡੇ ਘਰਾਂ ਦੇ ਇਹ ਵਿੱਚ ਹੋਣਾ ਚਾਹੀਦਾ ਸੀ ਤੇ ਹੁੰਦਾ ਰਿਹਾ ਵੀ ਹੈ। ਹੁਣ ਸਾਡੇ ਇਦਾਂ ਦੇ ਆ ਗਏ ਵੀ ਸਾਰਾ ਕੁਝ ਤੇ ਪੈਕਟ ਸਿਸਟਮ ਆ ਗਿਆ, ਤੇ ਹੁਣ ਦੁੱਧ ਰਿੜਕਣ ਦਾ ਪਤਾ ਕਿੱਦਾਂ ਲੱਗੇ? ਉਹ ਫਿਰ ਪਤਾ ਵੀ ਨਹੀਂ ਹੁੰਦਾ ਵੀ ਰਿੜਕੀ ਦਾ ਕਿਹੜੀ ਚੀਜ਼ ਨੂੰ ਹੈ ਤੇ ਰਿੜਕੀ ਦਾ ਕਿਵੇਂ ਹੈ। ਅਜੇ ਤਾਂ ਚਲੋ ਫਿਰ ਵੀ ਸਾਡੇ ਘਰਾਂ ਦੇ ਵਿੱਚ ਹੈ ਆ ਵੀ ਥੋੜ੍ਹਾ ਬਹੁਤਾ ਹੋ ਜਾਂਦਾ। ਤੁਹਾਨੂੰ ਲੱਗਦਾ ਵੀ 20-25 ਸਾਲਾਂ ਬਾਅਦ ਕੋਈ ਪੁੱਛੇਗਾ ਵੀ ਮੱਖਣ ਕਿੱਥੋਂ ਆਉਂਦਾ, ਤੇ ਜੇ ਘਰ ਦੇ ਵਿੱਚ ਵੀ ਬਣ ਜਾਂਦਾ ਸੀ ਤੇ ਯਕੀਨ ਹੀ ਨਹੀਂ ਕਰਿਆ ਕਰਨਾ ਵੀ ਲੈ ਘਰ 'ਚ ਕਿੱਦਾਂ ਬਣ ਸਕਦਾ, ਤੇ ਪੈਕਟਾਂ 'ਚ ਹੀ ਆਉਂਦਾ। ਕੌਣ ਯਕੀਨ ਕਰਦਾ? ਜਿੱਥੇ ਪਸ਼ੂ ਵੇਖਿਆ ਨੂੰ ਮਹੀਨਾ ਹੋ ਜਾਂਦਾ, 3-3 ਮਹੀਨੇ ਹੋ ਜਾਂਦੇ ਨੇ, ਉਹਨਾਂ ਨੂੰ ਕਿੱਥੇ ਯਕੀਨ ਆਉਂਦਾ ਵੀ ਦੁੱਧ ਜਿਹੜਾ ਹੈ ਉਹ ਪੈਕਟਾਂ ਤੋਂ ਬਿਨਾਂ ਵੀ ਮਿਲ ਜਾਂਦਾ? ਕਿੱਥੇ ਯਕੀਨ ਆਉਂਦਾ? ਇੰਝ ਲੱਗਦਾ ਹੀ ਨਹੀਂ ਵੀ ਇਹ ਚੀਜ਼ਾਂ ਜਿਹੜੀਆਂ ਨੇ ਪੈਕਟਾਂ ਤੋਂ ਬਾਹਰ ਵੀ ਕਿਤੇ ਵਿਕਦੀਆਂ ਨੇ। ਸਾਡੇ ਅਜੇ ਤਾਂ ਘਰਾਂ 'ਚ ਹੈ ਨੇ, ਅਜੇ ਬਹੁਤਾ ਸਿਸਟਮ ਪੁਰਾਣਾ ਨਹੀਂ ਹੋਇਆ, ਪਰ ਗਾਂ ਵੇਖਿਓ ਕੀ ਬਣ ਜਾਵੇਗਾ। ਉਹਨੂੰ ਦਾਤਾਰ ਕਹਿੰਦੇ। ਸਮਝ ਲਓ ਵੀ ਜਦੋਂ ਦੁੱਧ ਰਿੜਕਦੇ ਆ ਨਾ, ਤੇ ਜਿੱਥੇ ਦੁੱਧ ਰਿੜਕਿਆ ਜਾਂਦਾ ਸੀ ਜਿਹੜੇ ਬਰਤਨ ਦੇ ਵਿੱਚ, ਉਹਨੂੰ ਕਿਹਾ ਜਾਂਦਾ ਸੀ ਚਾਟੀ। ਤੁਸੀਂ ਕਿਤੇ ਲੱਸੀ ਦੀ ਦੁਕਾਨ ਦੇ ਉੱਤੇ ਸ਼ਾਇਦ ਕਿਤੇ ਉਹ ਚੀਜ਼ ਨੂੰ ਪੜ੍ਹ ਲਿਆ ਹੋਵੇਗਾ, ਉਹਨੂੰ ਚਾਟੀ ਕਿਹਾ ਜਾਂਦਾ ਸੀ। ਮਿੱਟੀ ਦਾ ਬਰਤਨ ਹੁੰਦਾ ਸੀ ਵੈਸੇ। ਹੁਣ ਉਹਦੇ ਵਿੱਚ ਪਾਈ ਜਾਂਦੀ ਹੈ ਮਧਾਣੀ ਤੇ ਦੁੱਧ ਰਿੜਕਿਆ ਜਾਂਦਾ ਹੈ ਨਾਲ। ਜਦੋਂ ਦੁੱਧ ਰਿੜਕਦੇ ਆ ਤੇ ਪ੍ਰਗਟ ਕੀ ਹੁੰਦਾ ਹੈ? ਮੱਖਣ।
ਮੱਖਣ ਪ੍ਰਗਟ ਹੋ ਗਿਆ ਤੇ ਜਿਹੜੀ ਚੀਜ਼ ਪਿੱਛੇ ਰਹਿ ਗਈ ਹੈ ਉਹਨੂੰ ਕਿਹਾ ਜਾਂਦਾ ਹੈ ਲੱਸੀ, ਇਹਨੂੰ ਛਾਛ ਕਹਿੰਦੇ ਨੇ। ਹੁਣ ਵੇਖੋ ਬਾਬਾ ਕਬੀਰ ਨੇ ਉਦਾਹਰਣ ਉਹ ਲਈ ਹੋਈ ਹੈ ਤੇ ਵੀ ਦੁੱਧ ਰਿੜਕਿਆ ਜਾਂਦਾ ਹੈ, ਪ੍ਰਗਟ ਹੁੰਦਾ ਹੈ ਮੱਖਣ ਤੇ ਪਿੱਛੇ ਰਹਿ ਜਾਂਦੀ ਹੈ ਲੱਸੀ। ਹੁਣ ਜਿਹੜਾ ਸਿਆਣਾ ਬੰਦਾ ਹੁੰਦਾ, ਤੁਸੀਂ ਸੋਚ ਕੇ ਵੇਖਣਾ ਵੀ ਉਹ ਲੱਸੀ ਵੱਲ ਜਾਵੇਗਾ ਕਿ ਉਹ ਮੱਖਣ ਦੇ ਵੱਲ ਜਾਵੇਗਾ। ਦੁੱਧ ਇਸ ਕਰਕੇ ਨਹੀਂ ਰਿੜਕਿਆ ਜਾਂਦਾ ਵੀ ਸਾਨੂੰ ਲੱਸੀ ਮਿਲ ਜਾਵੇ, ਦੁੱਧ ਇਸ ਕਰਕੇ ਰਿੜਕਿਆ ਜਾਂਦਾ ਮੱਖਣ ਨਿਕਲ ਆਵੇ, ਲੱਸੀ ਤੇ ਆਪਣੇ ਆਪ ਹੀ ਨਿਕਲ ਆਉਣੀ। ਦੁੱਧ ਇਸ ਕਰਕੇ ਰਿੜਕਿਆ ਜਾਂਦਾ। ਇਹ ਇਦਾਂ ਦੀ ਗੱਲ ਹੈ। ਹੁਣ ਬਾਬਾ ਕਬੀਰ ਕਹਿੰਦੇ ਕਬੀਰ ਮਾਇਆ ਡੋਲਨੀ, ਆ ਜਿਹੜਾ ਸੰਸਾਰ ਹੈ ਨਾ, ਜਿਹੜਾ ਸਾਡੇ ਉੱਤੇ ਪ੍ਰਭਾਵ ਹੈ, ਸਮਝ ਲਓ ਵੀ ਇਹ ਉਹ ਬਰਤਨ ਹੈ ਜਿਹਦੇ ਵਿੱਚ ਦੁੱਧ ਨੂੰ ਰਿੜਕਿਆ ਜਾਂਦਾ ਹੈ। ਮਾਇਆ ਜਿਹੜੀ ਸਾਡਾ ਸੰਸਾਰ, ਇਹ ਸਮਝ ਲਓ ਇੱਕ ਡੋਲਣੀ ਦੇ ਵਰਗਾ ਹੈ, ਇੱਕ ਚਾਟੀ ਦੇ ਵਰਗਾ ਹੈ ਇਹ ਸਾਰਾ ਸੰਸਾਰ। ਪਰ ਹੁਣ ਇਹਦੇ ਵਿੱਚ ਪਿਆ ਕੀ ਹੋਇਆ ਹੈ, ਜਿੱਦਾਂ ਉਸ ਚਾਟੀ ਦੇ ਵਿੱਚ ਤੇ ਮਧਾਣੀ ਪਈ ਹੈ, ਇਸ ਸੰਸਾਰ ਦੇ ਵਿੱਚ ਕਿਹੜੀ ਮਧਾਣੀ ਪਈ ਹੈ? ਬਾਬਾ ਕਬੀਰ ਕਹਿੰਦੇ ਸਾਡੇ ਸਾਹਾਂ ਦੀ ਮਧਾਣੀ ਪਈ। ਇਹਦੇ ਵਿੱਚ ਅਸੀਂ ਸਾਹਾਂ ਨੂੰ ਰਿੜਕਦੇ ਹਾਂ, ਸਾਹ ਘੁੰਮਦੇ ਨੇ ਸਾਡੇ। ਮਧਾਣੀ ਨਾ ਪਾਈ ਹੋਵੇ, ਦੁੱਧ ਪਿਆ ਰਵੇ ਕੀ ਉਹਦੇ ਵਿੱਚੋਂ ਕੁਝ ਨਿਕਲ ਆਵੇਗਾ? ਇਸ ਕਰਕੇ ਕੀ ਕੀਤਾ ਜਾਂਦਾ ਹੈ, ਮਧਾਣੀ ਚਲਾਈ ਜਾਂਦੀ ਹੈ। ਹੁਣ ਇਹਨੂੰ ਬਾਬਾ ਕਬੀਰ ਕਹਿੰਦੇ ਨੇ ਵੀ ਅਸਲ ਦੇ ਵਿੱਚ ਜਿਹੜੇ ਸਾਡੇ ਸਾਹ ਨੇ ਨਾ, ਅਸੀਂ ਸਾਹ ਦੇ ਨਾਲ ਰਿੜਕਦੇ ਹਾਂ। ਆ ਜੋ ਕੁਝ ਇਹਨਾਂ ਸਾਹਾਂ ਦੇ ਨਾਲ ਕਰਦੇ ਪਏ ਨਾ, ਸਾਡੀ ਮਧਾਣੀ ਚੱਲਦੀ ਪਈ ਹੈ। ਇਹ ਸਮਝ ਲਓ ਵੀ ਦੁੱਧ ਦੇ ਵਿੱਚ ਮਧਾਣੀ ਪਈ ਹੋਈ ਹੈ ਸਾਡੀ। ਹੁਣ ਜਿਹੜੀ ਸਿਆਣੀ ਬੀਬੀ ਹੁੰਦੀ ਹੈ, ਉਹਦੇ ਵਿੱਚ ਇੱਕ ਗੱਲ ਵਧੀਆ ਆ ਜਾਂਦੀ ਹੈ ਆਪਾਂ ਜਦੋਂ ਪੜ੍ਹਦੇ ਹਾਂ ਵੀ ਜਿਹੜੀ ਸਿਆਣੀ ਬੀਬੀ ਹੁੰਦੀ ਹੈ ਉਹ ਕੀ ਕਰਦੀ ਹੈ ਵੀ ਜਦੋਂ ਮਧਾਣੀ ਚੱਲਦੀ ਪਈ ਹੋਵੇ ਨਾ, ਪਹਿਲਾਂ ਤਾਂ ਚਲੋ ਹੱਥ ਵਾਲੀਆਂ ਹੁੰਦੀਆਂ ਸੀ, ਫਿਰ ਮਸ਼ੀਨ ਵਾਲੀਆਂ ਵੀ ਆ ਗਈਆਂ, ਤੇ ਉਹ ਜਦੋਂ 10-15 ਮਿੰਟ ਲੱਗ ਜਾਣ ਨਾ ਦੁੱਧ ਦੇ ਹਿਸਾਬ ਦੇ ਨਾਲ ਵੀ ਕਿਹੜੀ ਚੀਜ਼ ਕਿੰਨੀ ਹੈ, 5-7 ਮਿੰਟ ਲੱਗ ਜਾਣ, 10 ਮਿੰਟ ਲੱਗ ਜਾਣ, ਜਿੰਨਾ ਵੀ ਟਾਈਮ ਲੱਗੇ, ਉਹ ਇੱਕ ਵਾਰ ਵਿੱਚੋਂ ਨਾ ਮਧਾਣੀ ਨੂੰ ਬੰਦ ਕਰਕੇ ਤੇ ਚੈੱਕ ਕਰਦੀ ਆ ਵੀ ਮੱਖਣ ਬਾਹਰ ਤਾਂ ਨਹੀਂ ਆ ਗਿਆ, ਨਿਕਲ ਤਾਂ ਨਹੀਂ ਗਿਆ। ਉਹਨੂੰ ਪਤਾ ਵੀ ਇੱਕ ਬਿਲਕੁਲ ਇਦਾਂ ਦਾ ਟਾਈਮ ਆਉਣਾ ਹੈ ਜਿਹਦੇ ਵਿੱਚ ਲੱਸੀ ਅੱਡ ਹੋ ਜਾਣੀ ਹੈ ਤੇ ਮੱਖਣ ਅੱਡ ਹੋ ਜਾਣਾ, ਤੇ ਉਦੋਂ ਮਧਾਣੀ ਬੰਦ ਕਰਨੀ ਹੈ। ਪਰ ਜੇ ਇਦਾਂ ਹੋ ਜਾਵੇ ਵੀ ਬਸ ਕੋਈ ਨਹੀਂ, ਚੱਲਦਾ ਰਹਿਣ ਦਿਓ, ਤੇ ਫਿਰ ਕੀ ਹੋਵੇਗਾ? ਜਿਹੜਾ ਨਿਕਲਿਆ ਮੱਖਣ ਹੁੰਦਾ ਫਿਰ ਵੀ ਘੁਲ ਜਾਂਦਾ, ਉਹ ਫਿਰ ਖਰਾਬ ਹੋ ਜਾਂਦਾ। ਇਦਾਂ ਵੀ ਹੋ ਜਾਂਦਾ। ਜਿਹੜੀ ਚੀਜ਼ ਕੱਢਣ ਦੇ ਲਈ ਇੱਕ ਰਾਈਟ ਟਾਈਮ ਆਉਂਦਾ ਹੈ, ਜੇ ਉਹਦੇ ਵੱਲ ਧਿਆਨ ਨਾ ਦਿੱਤਾ ਜਾਵੇ ਉਹ ਫਿਰ ਗਵਾਚ ਜਾਂਦਾ, ਉਹ ਫਿਰ ਖਰਾਬ ਹੋ ਜਾਂਦਾ ਸਾਰਾ ਕੁਝ। ਹੁਣ ਇਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਇਦਾਂ ਸੋਚ ਕੇ ਵੇਖਣਾ। ਬਾਬਾ ਕਬੀਰ ਕਹਿੰਦੇ ਨੇ ਵੀ ਇਸ ਦੁਨੀਆ ਦੇ ਵਿੱਚ ਨਾ ਅਸੀਂ ਰਿੜਕਦੇ ਪਏ ਹਾਂ, ਆਪਣੇ ਸਾਹਾਂ ਦੇ ਨਾਲ ਦੁਨੀਆ ਨੂੰ ਰਿੜਕਦੇ ਪਏ ਹਾਂ। ਹੁਣ ਦੋ ਜਾਣੇ ਨੇ ਇਹਦੇ ਵਿੱਚੋਂ, ਇੱਕ ਤੇ ਸਿਆਣੇ ਉਹ ਨੇ ਜਿਨ੍ਹਾਂ ਨੇ ਮੱਖਣ ਹਾਸਲ ਕਰ ਲਿਆ ਹੈ, ਮਤਲਬ ਤੱਤ ਹਾਸਲ ਕਰ ਲਿਆ ਹੈ, ਤੇ ਇੱਕ ਉਹ ਨੇ ਜਿਹੜੇ ਬਸ ਲੱਸੀ ਨੂੰ ਹੀ ਲੱਗੇ ਹੋਏ ਨੇ ਵੀ ਲੱਸੀ ਪੀ ਲਈ ਇੰਨਾ ਹੀ ਬੜਾ ਹੈ, ਲੱਸੀ ਮਿਲ ਗਈ ਇੰਨਾ ਹੀ ਬਹੁਤ ਹੈ। ਔਰ ਆਪ ਜੀ ਸ਼ਾਇਦ ਬੁਰਾ ਨਾ ਮਨਾਇਓ, ਸਾਡਿਆਂ ਦੇ ਘਰਾਂ ਦੇ ਵਿੱਚ ਅਜੇ ਵੀ ਇਹ ਗੱਲ ਚੱਲਦੀ ਹੈ, ਜਿਨ੍ਹਾਂ ਘਰਾਂ 'ਚ ਦੁੱਧ ਹੋਵੇ ਨਾ ਉਹ ਕੀ ਕਰਦੇ ਨੇ ਵੀ ਮੱਖਣ ਤੇ ਆਪ ਰੱਖ ਲੈਂਦੇ ਨੇ, ਪਰ ਜੇ ਕੋਈ ਬਾਹਰੋਂ ਲੱਸੀ ਮੰਗਣ ਵਾਲਾ ਆਵੇ ਨਾ ਵੀ ਤੁਹਾਡੇ ਘਰ ਲੱਸੀ ਹੋਵੇਗੀ ਸਾਨੂੰ ਲੱਸੀ ਦੇ ਦਿਓ, ਫਿਰ ਉਹਨੂੰ ਲੱਸੀ ਦੇ ਦਿੰਦੇ ਵੀ ਤੂੰ ਚੱਲ ਤੂੰ ਲੱਸੀ ਲੈ ਜਾ। ਹੁਣ ਕਦੀ ਇਦਾਂ ਤਾਂ ਨਹੀਂ ਹੁੰਦਾ ਵੀ ਉਹਨੂੰ ਮੱਖਣ ਦੇਤਾ ਵੀ ਚੱਲ ਤੂੰ ਮੱਖਣ ਵੀ ਲੈ ਜਾ। ਇਹਦਾ ਮਤਲਬ ਹੈ ਵੀ ਜਿਹੜਾ ਤੱਤ ਸੀ ਉਹ ਉਹਨਾਂ ਨੇ ਰੱਖ ਲਿਆ ਹੈ, ਵਧੀ ਹੋਈ ਚੀਜ਼ ਉਹਨਾਂ ਨੂੰ ਦੇ ਦਿੱਤੀ ਹੈ। ਬਾਬਾ ਕਬੀਰ ਕਹਿੰਦੇ ਪੂਰਾ ਸੰਸਾਰ ਸਮਝ ਲਓ ਵੀ ਉਹ ਬਰਤਨ ਹੈ ਜਿਹਦੇ ਵਿੱਚ ਅਸੀਂ ਆਪਣੇ ਸਾਹਾਂ ਦੀ ਮਧਾਣੀ ਪਾਈ ਹੋਈ ਹੈ। ਕਬੀਰ ਮਾਇਆ ਡੋਲਨੀ, ਪਵਨ ਦਾ ਮਤਲਬ ਸਾਹਾਂ ਦੀ ਹਵਾ, ਪਵਨ ਝਕੋਲਨਹਾਰ। ਇਸ ਹਵਾ ਦੇ ਨਾਲ ਅਸੀਂ ਸੰਸਾਰ ਨੂੰ ਚੰਗੀ ਤਰ੍ਹਾਂ ਘਚੋਲਦੇ ਹਾਂ, ਮਤਲਬ ਸੰਸਾਰ ਨੂੰ ਰਿੜਕਦੇ ਹਾਂ, ਆਪਣੇ ਕਰਮਾਂ ਨੂੰ ਇੱਥੇ ਕਰਦੇ ਹਾਂ। ਪਰ ਅਗਲੀ ਗੱਲ, ਸੰਤੋਂ ਮਾਖਣ ਖਾਇਆ। ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ ਨਾ, ਇਹਨਾਂ ਸਾਹਾਂ ਦੇ ਨਾਲ ਮੱਖਣ ਖਾ ਲੈਂਦੇ ਨੇ, ਤੱਤ ਪ੍ਰਾਪਤ ਕਰ ਲੈਂਦੇ ਨੇ, ਨਾਮ ਵਾਲੇ ਪਾਸੇ ਤੁਰ ਪੈਂਦੇ ਨੇ, ਦੀਨ ਵਾਲੇ ਪਾਸੇ ਤੁਰ ਪੈਂਦੇ ਨੇ, ਚੰਗਿਆਈ ਵਾਲੇ ਪਾਸੇ ਤੁਰ ਪੈਂਦੇ ਨੇ। ਸੰਤੋਂ ਮਾਖਣ ਖਾਇਆ, ਛਾਛ ਪੀਏ ਸੰਸਾਰ। ਪਰ ਜਿਹੜਾ ਸੰਸਾਰ ਹੁੰਦਾ ਨਾ, ਉਹਦਾ ਧਿਆਨ ਲੱਸੀ ਦੇ ਵੱਲ ਹੀ ਹੁੰਦਾ, ਉਹਦਾ ਛਾਛ ਦੇ ਵੱਲ ਹੀ ਧਿਆਨ ਹੁੰਦਾ। ਉਹ ਛਾਛ ਪੀ ਪੀ ਕੇ ਖੁਸ਼ ਹੋਈ ਜਾਂਦਾ ਵੀ ਮੈਂ ਬੜਾ ਕੁਝ ਇਕੱਠਾ ਕਰ ਲਿਆ। ਤੁਸੀਂ ਕਦੀ ਇਸ ਗੱਲ ਨੂੰ ਸੋਚ ਕੇ ਵੇਖਿਓ ਨਾ, ਅਸੀਂ ਜਦੋਂ ਕਿਤੇ ਮੱਖਣ ਕੱਢਦੇ ਹਾਂ ਨਾ ਘਰਾਂ ਦੇ ਵਿੱਚ, ਤੇ ਕੋਈ ਬੀਬੀ ਇਹ ਥੋੜ੍ਹਾ ਕਹਿੰਦੀ ਹੈ ਵੀ ਮੈਂ ਲੱਸੀ ਰਿੜਕ ਲਈ ਹੈ, ਕੋਈ ਇਹ ਕਿਹਾ ਜਾਂਦਾ ਵੀ ਦੁੱਧ ਰਿੜਕਿਆ ਹੈ, ਤੇ ਕੋਈ ਇਹ ਥੋੜ੍ਹਾ ਕਹਿੰਦੀ ਆ ਵੀ ਆਹ ਵੇਖੋ ਜੀ ਅਸੀਂ ਕਿੰਨੀ ਲੱਸੀ ਇਕੱਠੀ ਕਰ ਲਈ। ਕਹਿੰਦੇ ਵੀ ਲੱਸੀ ਦੀ ਥੋੜ੍ਹਾ ਗੱਲ ਸੀ, ਗੱਲ ਤੇ ਵੇਖ ਵੀ ਮੱਖਣ ਕਿੰਨਾ ਇਕੱਠਾ ਕੀਤਾ ਹੋਇਆ। ਦੁਨੀਆ ਨੂੰ ਇਕੱਠਾ ਕਰਨਾ ਸਮਝ ਲਓ ਇਦਾਂ ਦੀ ਗੱਲ ਹੈ ਵੀ ਲੱਸੀ ਇਕੱਠੀ ਕਰਨੀ ਹੈ, ਥੋੜ੍ਹਾ ਬਹੁਤਾ ਸਵਾਦ ਤੇ ਹੈ ਇਹਦਾ, ਪਰ ਸਾਰਾ ਕੁਝ ਸਵਾਦ ਨਹੀਂ ਹੈ। ਸਵਾਦ ਅਸਲ ਦੇ ਵਿੱਚ ਮੱਖਣ ਦੇ ਵਿੱਚ ਹੈ, ਤੱਤ ਦੇ ਵਿੱਚ ਹੈ। ਇਸ ਕਰਕੇ ਬਾਬਾ ਕਬੀਰ ਕਹਿੰਦੇ ਸੰਤ ਜਨ ਨੇ ਦੁਨੀਆ ਦੇ ਵਿੱਚ ਰਹਿੰਦੇ ਵੀ ਨੇ, ਵਿਚਰਦੇ ਵੀ ਨੇ, ਪੈਸਾ ਵੀ ਵਰਤਦੇ ਨੇ, ਸਾਰਾ ਕੁਝ ਕਰਦੇ ਨੇ, ਪਰ ਨਾਲ ਕੀ ਹੈ?
ਜਿਹੜਾ ਦੁਨੀਆ ਹੈ ਉਹ ਸਿਰਫ ਲੱਸੀ ਦੇ ਵੱਲ ਹੀ ਲੱਗੀ ਹੋਈ ਹੈ। ਇਦਾਂ ਕਹਿ ਲਈਏ, ਲੱਸੀ ਦੁਨੀਆ ਹੈ, ਦੁਨੀਆ ਦੇ ਪਦਾਰਥਾਂ ਨੂੰ ਪੀਂਦੇ ਵੀ ਰਹਿੰਦੇ ਹਾਂ, ਖਾਂਦੇ ਵੀ ਰਹਿੰਦੇ ਹਾਂ, ਮੱਖਣ ਦੇ ਵੱਲ ਨਹੀਂ ਜਾਂਦੇ, ਤੱਤ ਵੱਲ ਨਹੀਂ ਜਾਂਦੇ, ਤੇ ਸਾਡਾ ਬਣਦਾ ਵੀ ਕੁਝ ਨਹੀਂ, ਸਾਡੇ ਪੱਲੇ ਵੀ ਕੁਝ ਨਹੀਂ ਪੈਂਦਾ। ਇਸ ਕਰਕੇ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਸਾਡਾ ਹੱਥ ਖਾਲੀ ਦਾ ਖਾਲੀ ਰਹਿ ਜਾਂਦਾ। ਸੰਤੋਂ ਮੱਖਣ ਖਾਇਆ, ਛਾਛ ਪੀਐ ਸੰਸਾਰ। ਫਿਰ ਅਗਲੀ ਗੱਲ, ਕਬੀਰ ਮਾਇਆ ਡੋਲਨੀ, ਪਵਨ ਵਹਿ ਹਿਵ ਧਾਰ। ਇਹ ਵੀ ਉਹਦੇ ਨਾਲ ਹੀ ਮਿਲਦਾ ਜੁਲਦਾ ਸ਼ਬਦ ਹੈ ਵੀ ਸੰਸਾਰ ਤੇ ਉਹਦੇ ਵਿੱਚ ਅਸੀਂ ਆਪਣੇ ਸਾਹ ਪਾਏ ਹੋਏ ਨੇ। ਹੁਣ ਇੱਥੇ ਸਾਹ ਲੈਣ ਵਾਲੇ ਦੋ ਤਰੀਕੇ ਦੇ ਲੋਕ ਨੇ, ਲੈ ਤੇ ਸਾਰੇ ਆਕਸੀਜਨ ਹੀ ਰਹੇ ਨੇ, ਸਾਹ ਲੈਣ ਦੀ ਪ੍ਰਕਿਰਿਆ ਵੀ ਸਾਡੀ ਸਾਰਿਆਂ ਦੀ ਇੱਕੋ ਜੀ। ਪਰ ਬਾਬਾ ਕਬੀਰ ਕਹਿੰਦੇ ਇੱਕ ਉਹ ਬੰਦੇ ਨੇ ਜਿਨ੍ਹਾਂ ਦੇ ਸਾਹ ਬੜੇ ਠੰਡੇ ਨੇ। ਸਾਹ ਠੰਡੇ ਹੋਣ ਦਾ ਮਤਲਬ ਜਿਨ੍ਹਾਂ ਨੂੰ ਮਾਲਕ ਨੇ ਬੜਾ ਹੌਸਲਾ ਦਿੱਤਾ ਹੋਇਆ ਹੈ, ਬੜਾ ਧੀਰਜ ਦਿੱਤਾ ਹੋਇਆ ਹੈ, ਮਤਲਬ ਕਦੀ ਨਹੀਂ ਕਾਹਲੇ ਪੈਂਦੇ, ਬੜਾ ਸਿਦਕ ਦਿੱਤਾ ਹੋਇਆ ਮਾਲਕ ਨੇ ਉਹਨਾਂ ਨੂੰ। ਦੂਜੇ ਬੰਦੇ ਵੀ ਹੈਗੇ ਨੇ, ਵੇਖੋ 2 ਮਿੰਟ ਦੇ ਵਿੱਚ ਕਾਹਲੇ ਪੈ ਗਏ। ਦੋ ਤਰੀਕਿਆਂ ਦੇ ਲੋਕ, ਇੰਨੇ ਠੰਡੇ, ਇੰਨੇ ਸ਼ਾਂਤ ਸੁਭਾਅ ਵਾਲੇ, ਤੇ ਇੱਕ ਉਹ ਨੇ ਜਿਨ੍ਹਾਂ ਦੇ ਪੱਲੇ ਪੇਸ਼ੈਂਸ ਹੈ ਹੀ ਨਹੀਂ, ਬਿਲਕੁਲ ਇੰਪੇਸ਼ੈਂਸ। ਪੜ੍ਹਾਈ ਲਿਖਾਈ ਕਰਕੇ ਵੀ ਹਾਲ ਉਹੀ ਵੀ ਮੈਂ ਕਿਉਂ ਬਰਦਾਸ਼ਤ ਕਰ ਲਵਾਂ, ਮੈਂ ਕਿਉਂ ਸਬਰ ਕਰ ਲਵਾਂ। ਅਨਪੜ੍ਹ ਬੰਦੇ ਦਾ ਸਬਰ ਕਿਸੇ ਵੇਲੇ ਬੜਾ ਚੰਗਾ ਹੁੰਦਾ ਪੜ੍ਹੇ ਲਿਖੇ ਦੇ ਨਾਲ। ਪੜ੍ਹੇ ਲਿਖੇ ਦੀ ਭੁੱਖ ਜ਼ਿਆਦਾ ਹੁੰਦੀ, ਇਸ ਕਰਕੇ ਸਬਰ ਬੜਾ ਘੱਟ ਹੁੰਦਾ। ਪਵਨ ਵਹਿ ਹਿਵ ਧਾਰ, ਹਿਵ ਦਾ ਅਰਥ ਹੁੰਦਾ ਹੈ ਠੰਡ, ਬਰਫ਼। ਮਰਦ ਕਹਿੰਦੇ ਨੇ ਇਸ ਦੁਨੀਆ ਦੇ ਵਿੱਚ ਵਿਚਰਦਿਆਂ ਨਾ ਕਈ ਬੰਦਿਆਂ ਦੀ ਜ਼ਿੰਦਗੀ ਬੜੀ ਸ਼ਾਂਤ ਹੁੰਦੀ ਹੈ, ਬੜੀ ਸ਼ਾਂਤ ਹੁੰਦੀ ਹੈ। ਤੇ ਨਾਲ ਕੀ ਗਲੀ ਗੱਲ ਕਰਦੇ ਨੇ, ਜਿਨ ਬਿਲੋਇਆ ਤਿਨ ਖਾਇਆ। ਭਾਈ ਇਹ ਤੇ ਇਦਾਂ ਦੀ ਗੱਲ ਹੈ ਵੀ ਘਰ ਦੇ ਵਿੱਚ ਤੇ ਇਦਾਂ ਹੁੰਦਾ ਵੀ ਦੁੱਧ ਰਿੜਕਦੀ ਹੈ ਮਾਤਾ ਤੇ ਬਾਕੀ ਸਾਰਾ ਟੱਬਰ ਵੀ ਮੱਖਣ ਖਾ ਸਕਦਾ ਹੈ, ਕਿਉਂਕਿ ਉਹ ਇੱਕ ਜਣਾ ਕੰਮ ਕਰਦਾ ਸਾਰਿਆਂ ਲਈ ਹੋ ਸਕਦਾ। ਧਾਰਮਿਕ ਜ਼ਿੰਦਗੀ 'ਚ ਇਦਾਂ ਨਹੀਂ ਹੁੰਦਾ ਵੀ ਬਾਪੂ ਪਾਠ ਕਰੇ ਤੇ ਗਾਂ ਪੁੱਤ ਵੀ ਉੱਦਾਂ ਹੀ ਲੈ ਜਾਣਗੇ, ਇਦਾਂ ਨਹੀਂ ਹੁੰਦਾ। ਇਹ ਜਾਇਦਾਦ ਨਹੀਂ ਹੈ। ਇਹ ਜਿੰਨੇ ਰਿੜਕਿਆ ਹੈ, ਜਿਨ ਬਿਲੋਇਆ ਤਿਨ ਖਾਇਆ। ਇਹ ਖਾਣਾ ਵੀ ਉਹਨੇ ਹੈ ਜਿੰਨੇ ਰਿੜਕਿਆ ਹੈ, ਜਿਹਦੀ ਜਿੰਨੀ ਜਿੰਨੀ ਇਸ ਪਾਸੇ ਦੀ ਮਿਹਨਤ ਹੈ, ਜਿਹੜਾ ਜਿੰਨਾ ਜਿੰਨਾ ਇਸ ਰਸਤੇ ਦੇ ਉੱਤੇ ਬਖਸ਼ਿਸ਼ ਦਾ ਪਾਤਰ ਹੋ ਗਿਆ, ਉਹ ਓਨਾ ਓਨਾ ਹੀ ਇਸ ਸਵਾਦ ਨੂੰ ਮਾਣਦਾ ਹੈ। ਭਾਵੇਂ ਘਰ ਦੇ ਵਿੱਚ ਸਕਾ ਪੁੱਤਰ ਹੋਵੇ, ਸਕਾ ਭਰਾ ਹੋਵੇ, ਮਤਲਬ ਹੀ ਨਹੀਂ ਹੈ ਵੀ ਉਹ ਇਸ ਚੀਜ਼ ਦੇ ਵਿੱਚ ਹਿੱਸਾ ਹੋ ਜਾਵੇ, ਹਿੱਸਾ ਲੈ ਜਾਵੇਗਾ। ਮਰਦ ਕਹਿੰਦੇ ਨੇ ਬਾਹਰ ਦੀਆਂ ਚੀਜ਼ਾਂ ਤੇ ਹੈ ਹੀ ਨੇ ਨਾ, ਵੀ ਸਾਡੇ ਜੰਮਦੇ ਹਿੱਸੇਦਾਰ ਸਾਡੇ ਬਣ ਜਾਂਦੇ ਨੇ, ਵੀ ਆਹ ਸਾਡਾ ਹਿੱਸੇਦਾਰ ਹੈ, ਜਾਇਦਾਦ ਦਾ ਹਿੱਸੇਦਾਰ ਹੈ, ਸਾਡੇ ਘਰ ਦਾ ਹਿੱਸੇਦਾਰ ਹੈ। ਪਰ ਇੱਥੇ ਕੀ ਹੈ, ਇਹ ਜਿਹੜਾ ਹੈ, ਇਹ ਧਨ ਜਿਹੜਾ ਇਦਾਂ ਦਾ ਹੈ ਵੀ ਇਹ ਕਿਸੇ ਨਾਲ ਵੰਡਾਇਆ ਹੀ ਨਹੀਂ ਜਾ ਸਕਦਾ। ਕਿਉਂਕਿ ਨਾ ਤੁਹਾਨੂੰ ਜਪਜੀ ਸਾਹਿਬ ਯਾਦ ਹੋ ਗਿਆ, ਤੁਹਾਡੇ ਬੱਚੇ ਨੂੰ ਨਹੀਂ ਯਾਦ ਜਪਜੀ ਸਾਹਿਬ, ਤੇ ਹੁਣ ਤੁਸੀਂ ਕੀ ਕਰ ਲੋਗੇ ਵੀ ਧੱਕੇ ਨਾਲ ਯਾਦ ਕਰਾ ਲੋਗੇ ਵੀ ਲੈ ਅੱਧਾ ਜਪਜੀ ਸਾਹਿਬ ਤੂੰ ਲੈ ਜਾ। ਕਦੀ ਹੁੰਦਾ ਇਦਾਂ? ਕਦੀ ਵੀ ਨਹੀਂ ਹੁੰਦਾ। ਧਾਰਮਿਕ ਦੁਨੀਆ ਦੇ ਵਿੱਚ ਲਾਟਰੀ ਨਹੀਂ ਲੱਗਦੀ ਵੀ ਲਾਟਰੀ ਲੱਗ ਗਈ ਆ ਵੀ ਉਹਨੇ ਕੀਤਾ ਸੀ। ਹਾਂ, ਥੋੜ੍ਹੇ ਬਹੁਤੇ ਕਿਤੇ ਕਰਮ ਇੱਕ ਦੂਜੇ ਨਾਲ ਮਿਲ ਜਾਂਦੇ ਨੇ ਵੀ ਵੇਖ ਕੇ ਚਾਅ ਪੈਦਾ ਹੋ ਜਾਂਦਾ ਹੈ। ਪਰ ਬਾਬਾ ਕਬੀਰ ਕਹਿੰਦੇ ਜਿਨ ਬਿਲੋਇਆ ਤਿਨ ਖਾਇਆ। ਇਹ ਤੇ ਜਿਹਦੀ ਮਿਹਨਤ ਹੈ ਉਹਨੇ ਉਹਨੇ ਖਾਣਾ ਹੈ। ਇਸ ਕਰਕੇ ਇੱਕ ਸਹਿਜ ਦੀ ਗੱਲ ਬਾਬਾ ਕਬੀਰ ਸਾਹਿਬ ਨੇ ਬੋਲੀ ਹੈ। ਦਾਤਾਰ ਕਹਿੰਦੇ ਨੇ, ਹਰ ਕਾ ਬਿਲੋਵ ਨਾ ਬਿਲੋਵੋ ਮੇਰੇ ਭਾਈ, ਮੇਰੇ ਭਰਾਵੋ, ਸੰਗਤ ਦੇ ਵਿੱਚ ਬੈਠੇ ਸਤਸੰਗੀ ਜਨੋ, ਹਰੀ ਦੇ ਨਾਮ ਨੂੰ ਰਿੜਕੋ। ਜਿੱਦਾਂ ਮਧਾਣੀ ਰਿੜਕਦੀ ਹੈ ਨਾ, ਇੱਦਾਂ ਸਾਹਾਂ ਦੇ ਨਾਲ ਮਾਲਕ ਦੇ ਨਾਮ ਨੂੰ ਰਿੜਕਣਾ ਸ਼ੁਰੂ ਕਰੋ। ਪਰ ਕਿੱਦਾਂ ਰਿੜਕਣਾ ਹੈ? ਸਹਿਜ ਬਿਲੋਵੋ ਜੈਸੇ ਤਤ ਨਾ ਜਾਈ। ਉਹ ਭਾਈ ਬੜੇ ਸਹਿਜ ਦੇ ਨਾਲ, ਬੜੇ ਟਿਕਾ ਦੇ ਨਾਲ, ਐਵੇਂ ਤੜਫੜ ਵਾਲੀ ਬੰਦਗੀ ਨਾ ਹੋਵੇ ਵੀ ਬੰਦਾ ਭੱਜਦਾ ਫਿਰੇ ਤੇ ਕਵੇ ਵੀ ਮੈਂ ਬੰਦਗੀ ਕਰਦਾ ਪਿਆ। ਬੰਦਗੀ ਦਾ ਮਤਲਬ ਹੈ ਟਿਕ ਜਾਣਾ, ਬੰਦਗੀ ਦਾ ਮਤਲਬ ਹੈ ਸਹਿਜ ਆ ਜਾਣਾ ਜ਼ਿੰਦਗੀ ਦੇ ਵਿੱਚ। ਸਹਿਜ ਬਿਲੋਵੋ ਜੈਸੇ ਤਤ ਨਾ ਜਾਈ, ਜਿੱਦਾਂ ਤਤ ਨਹੀਂ ਜਾਂਦਾ। ਤੁਸੀਂ ਵੇਖਿਆ ਹੋਵੇਗਾ ਸਾਡੇ ਘਰਾਂ ਦੇ ਵਿੱਚ ਤੇ ਕਈ ਵਾਰ ਇੱਦਾਂ ਹੋ ਜਾਂਦਾ ਸੀ, ਤੁਹਾਡੇ ਨਾਲ ਵੀ ਸ਼ਾਇਦ ਵਾਪਰਿਆ ਹੋਵੇਗਾ। ਮੈਂ ਪਿੱਛੇ ਜੇ ਉਦਾਹਰਣ ਜਿਹੜੀ ਲਈ ਹੈ ਕਿ ਜਦੋਂ ਅਸੀਂ ਇਸ ਗੱਲ ਨੂੰ ਚੈੱਕ ਕਰਨਾ ਹੁੰਦਾ ਹੈ ਨਾ ਵੀ ਭਾਈ ਦੁੱਧ ਰਿੜਕਿਆ ਹੈ ਤੇ ਮੱਖਣ ਬਣਿਆ ਕਿ ਨਹੀਂ, ਆਇਆ ਕਿ ਨਹੀਂ ਉੱਪਰ, ਤੇ ਪਹਿਲਾਂ ਕੀ ਕੀਤਾ ਜਾਂਦਾ? ਮਧਾਣੀ ਬੰਦ ਕੀਤੀ ਜਾਂਦੀ ਹੈ। ਮਧਾਣੀ ਬੰਦ ਕਰਾਂਗੇ ਤੇ ਉਹਨੂੰ ਉੱਪਰ ਕਰਾਂਗੇ। ਭਲਾ ਜੇ ਕਿਤੇ ਇੱਦਾਂ ਹੋਵੇ ਵੀ ਮਧਾਣੀ ਦਾ ਸਵਿਚ ਆਫ ਹੀ ਨਾ ਕਰੋ ਤਾਂ ਉੱਦਾਂ ਹੀ ਬਾਹਰ ਕੱਢ ਲਓ, ਚੱਲਦੀ ਮਧਾਣੀ ਬਾਹਰ ਕੱਢ ਲਓ, ਫਿਰ ਕੀ ਹੋਵੇਗਾ? ਉਹ ਜਿਹੜਾ ਥੋੜ੍ਹਾ ਬਹੁਤਾ ਬਣਿਆ ਹੁੰਦਾ ਚੱਲਦੀ ਨੇ ਖਿਲਾਰ ਕੇ ਸਾਰਾ ਬਾਹਰ ਮਾਰਨਾ। ਉਹਨੂੰ ਕੀ ਕਿਹਾ ਜਾਂਦਾ? ਅਸਹਿਜ ਦੇ ਵਿੱਚ ਰਿੜਕਣਾ। ਸਹਿਜ ਨਹੀਂ ਆਇਆ ਰਿੜਕਣ ਦੇ ਵਿੱਚ। ਬੰਦਗੀ ਤੇ ਬਹੁਤ ਕੀਤੀ ਹੈ ਪਰ ਤੜਫੜ ਨੇ ਖਿਲਾਰ ਕੇ ਰੱਖ ਦਿੱਤਾ ਸਾਰਾ ਕੁਝ, ਇਕੱਠਾ ਹੀ ਨਹੀਂ ਹੋਣ ਦਿੱਤਾ ਕੁਝ। ਉਸ ਬੰਦੇ ਦੀ ਹਾਲ ਵੇਖਿਓ ਨਾ, ਉਹ ਬੀਬੀ, ਉਹ ਫਿਰ ਆਪਣੇ ਆਪ ਤੇ ਗੁੱਸਾ ਆਉਂਦਾ, ਹੋਰ ਕਿਸੇ ਨੂੰ ਕੀ ਲੱਗੇ ਵੀ ਮੈਨੂੰ ਦਿਮਾਗ ਦੇ ਵਿੱਚ ਇਹ ਗੱਲ ਕਿਉਂ ਨਹੀਂ ਆਈ ਵੀ ਉਹਨੂੰ ਮੈਂ ਬੰਦ ਪਹਿਲਾਂ ਕਰ ਲੈਂਦੀ। ਵੇਖੋ ਚੰਗਾ ਭਲਾ ਖਿਲਰ ਜਾਂਦਾ, ਕਿੱਥੇ ਕਿੱਥੇ ਜਾਂਦਾ, ਕਿਉਂਕਿ ਮਧਾਣੀਆਂ ਦੀ ਸਪੀਡ ਕਿੰਨੀ ਤੇਜ਼ ਹੁੰਦੀ ਹੈ।
ਦਾਤਾਰ ਉਸ ਗੱਲ ਨੂੰ ਕਹਿੰਦੇ ਨੇ। ਇੰਨੇ ਧੀਰਜ ਵਾਲੇ ਬੰਦੇ, ਜਿੰਨੇ ਰਿੜਕਿਆ ਇਹ ਮਿਲੇਗਾ ਹੀ ਉਹਨੂੰ। ਜਿਨ ਬਿਲੋਇਆ ਤਿਨ ਖਾਇਆ ਅਵਰ ਬਿਲੋਵਨਹਾਰ। ਤੇ ਜਿੰਨੇ ਖਾ ਲਿਆ, ਪਿੱਛੇ ਤੋਂ ਹੁਣ ਲੱਸੀ ਰਹਿ ਗਈ ਹੈ, ਤਾਂ ਕਈ ਲੱਸੀ ਰਿੜਕੀ ਜਾਂਦੇ ਨੇ। ਜਦੋਂ ਇੱਕ ਵਾਰ ਦੁੱਧ ਦੇ ਵਿੱਚੋਂ ਮੱਖਣ ਕੱਢ ਲਿਆ ਹੈ ਤੇ ਪਿੱਛੇ ਹੁਣ ਲੱਸੀ ਹੈ, ਲੱਸੀ ਦੇ ਵਿੱਚ ਪਾਈ ਛੱਡੋ ਮਧਾਣੀ, ਮੱਖਣ ਤੇ ਬਾਹਰ ਨਿਕਲ ਗਿਆ, ਉਹਦੇ ਵਿੱਚੋਂ ਕੀ ਨਿਕਲੇਗਾ ਪਿੱਛੇ? ਦੁਨੀਆ ਬਸ ਲੱਸੀ ਰਿੜਕਦੀ ਰਹਿੰਦੀ ਹੈ। ਦੁਨੀਆ ਦਾ ਹਾਲ ਇਹ ਆ ਵੀ ਬਸ ਦੁਨੀਆ ਚਾਹੁੰਦੀ ਆ ਵੀ ਅਸੀਂ ਤੱਤ ਦੇ ਵਿੱਚੋਂ ਕੁਝ ਨਹੀਂ ਲੈਣਾ, ਸਾਨੂੰ ਨਾਮ ਦੇ ਨਾਲ ਕੀ ਲੱਗੇ, ਸਾਨੂੰ ਬੰਦਗੀ ਦੇ ਨਾਲ ਕੀ ਲੱਗੇ। ਸਾਨੂੰ ਲੱਗਦਾ ਹੈ ਕਿ ਦੁਨੀਆ ਦੀਆਂ ਪਦਾਰਥਾਂ ਦੇ ਵਿੱਚੋਂ ਸਵਾਦ ਲੈ ਲਵਾਂਗੇ। ਬਾਬਾ ਕਬੀਰ ਕਹਿੰਦੇ ਸਮਝ ਲਓ ਵੀ ਬਸ ਲੱਸੀ ਨੂੰ ਲੱਗੇ ਹੋਏ ਨੇ। ਇੱਕ ਪੰਜਾਬੀ ਦੇ ਵਿੱਚ ਮੁਹਾਵਰਾ ਜਿਹਾ ਬੋਲਿਆ ਜਾਂਦਾ ਹੁੰਦਾ, ਪਾਣੀ 'ਚ ਮਧਾਣੀ ਪਾਉਣੀ, ਪਾਈ ਛੱਡੋ। ਮੈਂ ਕਹਾਂ ਜੀ ਮੇਰੇ 'ਚ ਸ਼ਰਧਾ ਹੈ ਤੇ ਸ਼ਰਧਾ ਹੋਣੀ ਚਾਹੀਦੀ ਆ। ਮਹਾਰਾਜ ਕਹਿੰਦੇ ਵੀ ਚਲੋ ਇੱਦਾਂ ਵੀ ਹੋ ਜਾਵੇ ਵੀ ਤੁਸੀਂ ਪਾਣੀ 'ਚ ਮਧਾਣੀ ਪਾ ਕੇ ਬੈਠ ਜਾਓ, ਵੀ ਤੁਹਾਡੇ 'ਚ ਸ਼ਰਧਾ ਹੋਣੀ ਚਾਹੀਦੀ ਹੈ। ਕਈ ਕਹਿੰਦੇ ਨਾ ਵੀ ਸ਼ਰਧਾ ਹੋਣੀ ਚਾਹੀਦੀ ਹੈ, ਸਾਰਾ ਕੁਝ ਹੀ ਹੋ ਜਾਂਦਾ। ਉਹ ਫਿਰ ਕਹਿੰਦੇ ਹੁੰਦੇ ਵੀ ਤੁਸੀਂ ਬੈਠੋ ਗੁਰਦੁਆਰੇ, ਤੁਸੀਂ ਕਹੋ ਵੀ ਤੁਹਾਡੇ 'ਚ ਸ਼ਰਧਾ ਹੈ ਤੇ ਗੁਰਦੁਆਰੇ ਦੇ ਲਾਗੇ ਬੈਠ ਜਾਓ ਆ ਕੇ। ਤੇ ਹੁਣ ਇੱਥੇ ਪਾਣੀ 'ਚ ਮਧਾਣੀ ਪਾ ਲਓ ਵੀ ਮੱਖਣ ਕੱਢ ਕੇ ਰੱਖਾਂਗਾ, ਬੰਦੇ ਦੀ ਸ਼ਰਧਾ ਹੋਣੀ ਚਾਹੀਦੀ। ਕਹਿੰਦੇ ਕੱਢ ਕੇ ਵਿਖਾ ਦਿਓ ਫਿਰ, ਜੇ ਨਿਕਲ ਸਕਦਾ ਇੱਦਾਂ ਮੱਖਣ। ਤੇ ਪਾਣੀ ਤੋਂ ਵੀ ਕਦੀ ਮੱਖਣ ਨਿਕਲਿਆ? ਸ਼ਰਧਾ ਦਾ ਮਤਲਬ ਇਹ ਨਹੀਂ ਹੁੰਦਾ ਵੀ ਅਗਿਆਨਤਾ ਕਰੀ ਜਾਵਾਂ ਤੇ ਮੈਂ ਕਹਾਂ ਜੀ ਸ਼ਰਧਾ ਹੋਣੀ ਚਾਹੀਦੀ ਹੈ, ਬੰਦਾ ਅਗਿਆਨੀ ਵੀ ਚੱਲ ਜਾਵੇਗਾ, ਨਹੀਂ। ਮਹਾਰਾਜ ਕਹਿੰਦੇ ਜਿਨ ਸ਼ਰਧਾ ਹਰ ਨਾਮ ਲੱਗੀ, ਤਿਨ ਦੂਜਾ ਚਿਤ ਨਾ ਲਾਇਆ ਰਾਮ ਅਵਰ ਬਿਲੋਵਨਹਾਰ। ਦੁਨੀਆ ਬਸ ਵੇਖੋ ਨਾ, ਇਹੋ ਚੀਜ਼ ਨੂੰ ਰਿੜਕਦੀ ਪਈ ਹੈ, ਪਾਣੀ 'ਚ ਮਧਾਣੀ ਪਾਈ ਹੋਈ। ਹਾਸਲ ਵੀ ਕੁਝ ਨਹੀਂ ਹੋਣਾ। ਦੁਨੀਆ ਨੂੰ ਲੱਗਦਾ ਵੀ ਆ ਵੀ ਇੰਨੀ ਮਿਹਨਤ ਕਰਦੇ ਪਏ ਆ, ਕੁਝ ਨਾ ਕੁਝ ਤੇ ਮਿਲ ਹੀ ਜਾਵੇਗਾ, ਕੁਝ ਨਾ ਕੁਝ ਤੇ ਪੱਲੇ ਆਵੇਗਾ ਹੀ। ਵਿਚਾਰੇ ਖਪਦੇ ਰਹਿੰਦੇ ਨੇ, ਸਾਰਾ ਕੁਝ ਕਰਦੇ ਰਹਿੰਦੇ ਨੇ, ਬਸ ਬਾਅਦ 'ਚ ਪਤਾ ਲੱਗਦਾ ਵੀ ਐਵੇਂ ਪਾਣੀ ਰਿੜਕਿਆ ਹੈ, ਹਾਸਲ ਤੇ ਕੁਝ ਵੀ ਨਹੀਂ ਹੋਇਆ। ਭਰਮੇ ਭੂਲਾ ਸਾਕਤ ਫਿਰਤਾ, ਨੀਰ ਬਿਰੋਲੇ ਖੱਪ ਖੱਪ ਮਰਤਾ। ਬਸ ਪਾਣੀ ਰਿੜਕੀ ਗਏ ਆ। ਔਰ ਵੇਖਿਓ ਅਜੇ ਤਾਂ ਸਾਨੂੰ ਇੰਝ ਲੱਗਦਾ ਨਾ ਵੀ ਨਹੀਂ ਬੜਾ ਕੁਝ ਕਰਨ ਵਾਲਾ ਜ਼ਿੰਦਗੀ ਦੇ ਵਿੱਚ। ਗੁਰੂ ਅੰਗਦ ਸਾਹਿਬ ਨੇ ਦੋਵਾਂ ਪੰਕਤੀਆਂ ਦੇ ਵਿੱਚ ਇਸ ਗੱਲ ਦਾ ਨਿਰਣਾ ਕਰ ਦਿੱਤਾ ਹੈ। ਦਾਤਾਰ ਕਹਿੰਦੇ ਨੇ ਅਸੀਂ ਦਿਨੇ ਵੀ ਨਹੀਂ ਸੌਂਦੇ, ਰਾਤ ਵੀ ਸਾਨੂੰ ਚੈਨ ਨਹੀਂ ਆਉਂਦਾ। ਤੇ ਜਦੋਂ ਸਾਨੂੰ ਪਤਾ ਲੱਗੇ ਨਾ ਵੀ ਭਾਈ ਜੋ ਤੁਸੀਂ ਇਕੱਠਾ ਕੀਤਾ ਇੱਕ ਵੀ ਤੁਹਾਡੇ ਨਾਲ ਨਹੀਂ ਜਾਣਾ, ਫਿਰ ਪਤਾ ਕੀ ਰਹਿ ਜਾਂਦਾ ਬੰਦੇ ਦੇ ਪੱਲੇ? ਫਰਸਟ੍ਰੇਸ਼ਨ। ਇੰਨਾ ਕੁਝ ਇਕੱਠਾ ਕੀਤਾ, ਕੁਝ ਵੀ ਮੇਰਾ ਨਹੀਂ। ਔਰ ਕਈਆਂ ਦੇ ਕੋਲ ਤੇ ਵਿਚਾਰੇ ਉਹਨਾਂ ਦੇ ਬੱਚੇ ਜਿਉਂਦੇ ਹੀ ਖੋ ਲੈਂਦੇ ਨੇ, ਉਹਨਾਂ ਦੀ ਤੇ ਹਾਲਤ ਬਹੁਤ ਤਰਸਯੋਗ ਹੋ ਜਾਂਦੀ। ਹਜ਼ੂਰ ਕਹਿੰਦੇ ਨੇ ਹੈਵਰ ਗੈਵਰ ਰੱਥ ਸੰਬਾਹੇ ਗਹਿ ਕਰ ਕੀਨੇ ਮੇਰੇ। ਫੜ ਫੜ ਕੇ ਚੀਜ਼ਾਂ ਰੱਖੀਆਂ ਵੀ ਆਹ ਵੀ ਚੀਜ਼ ਮੇਰੀ, ਆਹ ਵੀ ਚੀਜ਼ ਮੇਰੀ, ਕਿਸੇ ਨੂੰ ਮੈਂ ਕਿਉਂ ਦੇਵਾਂ। ਮਹਾਰਾਜ ਕਹਿੰਦੇ ਜਬ ਤੇ ਹੋਈ ਲਾਮੀ ਧਾਈ, ਚੱਲੇ ਨਾਹੀਂ ਇੱਕ ਪੈਰੇ, ਇੱਕ ਪੈਰ ਵੀ ਨਾਲ ਨਹੀਂ ਤੁਰੇ। ਆਹ ਚੀਜ਼ ਮੇਰੀ, ਆਹ ਚੀਜ਼ ਮੇਰੀ। ਬਾਬਾ ਕਬੀਰ ਕਹਿੰਦੇ ਨੇ ਭਾਈ ਸੰਤੋਂ ਜਿਨ ਬਿਲੋਇਆ ਤਿਨ ਖਾਇਆ ਅਵਰ ਬਿਲੋਵਨਹਾਰ। ਜਿਸ ਨੇ ਤੇ ਨਾਮ ਨੂੰ ਰਿੜਕ ਲਿਆ, ਉਹਨੇ ਤੇ ਖਾ ਲਿਆ ਇਹਦਾ ਸਵਾਦ। ਬਾਕੀ ਘਰ ਦੇ ਵਿੱਚ ਬੈਠੇ ਭਾਵੇਂ ਗੱਪਾਂ ਮਾਰੀ ਗਏ ਸਾਰਾ ਦਿਨ ਵੀ ਸਾਡਾ ਬਾਪੂ ਉੱਥੇ ਪਾਠ ਕਰਦਾ ਸੀ, ਸਾਡਾ ਬਾਪੂ ਇੱਥੇ ਪਾਠ ਕਰਦਾ ਸੀ, ਕੋਈ ਫਰਕ ਨਹੀਂ ਪੈਂਦਾ ਇਹਨਾਂ ਗੱਲਾਂ ਦੇ ਨਾਲ। ਜਿਹੜਾ ਆਪ ਬੰਦਗੀ ਨਹੀਂ ਕਰੇਗਾ, ਘਰ ਦੇ ਜੋ ਮਰਜ਼ੀ ਕਰੀ ਜਾਣ, ਕਿਸੇ ਦੇ ਨਾਂ ਦੇ ਨਾਲ ਮਸ਼ਹੂਰੀ ਤੇ ਹੋ ਜਾਂਦੀ ਹੈ, ਪਰ ਜਿਹੜੀ ਚੀਜ਼ ਬੰਦਗੀ ਹੈ ਉਹ ਬੰਦਗੀ ਕਰਨ ਵਾਲੇ ਦੇ ਪੱਲੇ ਹੀ ਆਉਣੀ ਹੈ, ਉਹ ਕਿਸੇ ਹੋਰ ਦੇ ਪੱਲੇ ਆ ਹੀ ਨਹੀਂ ਸਕਦੀ। ਥੋੜ੍ਹਾ ਬਹੁਤਾ ਅਸਰ ਜ਼ਰੂਰ ਹੋ ਸਕਦਾ ਹੈ, ਇਹ ਗੱਲ ਪੱਕੀ ਹੈ, ਇਹ ਵੀ ਗੱਲ ਨਾਲ ਹੈ। ਪਰ ਮਹਾਰਾਜ ਕਹਿੰਦੇ ਨੇ ਦੁਨੀਆ ਸੁੱਖ ਭਾਲਦੀ ਹੈ ਲੱਸੀ ਦੇ ਵਿੱਚੋਂ, ਦੁਨੀਆ ਸੁੱਖ ਭਾਲਦੀ ਹੈ ਪਦਾਰਥਾਂ ਦੇ ਵਿੱਚੋਂ, ਵੀ ਚੀਜ਼ਾਂ ਖਾਈ ਜਾਓ ਸ਼ਾਇਦ ਇਹਦੇ ਵਿੱਚ ਬੜਾ ਸੁੱਖ ਹੈ। ਮਹਾਰਾਜ ਕਹਿੰਦੇ ਤੱਤ ਵਾਲੇ ਤੇ ਤੱਤ ਲੈ ਕੇ ਚਲੇ ਗਏ ਅਵਰ ਬਿਲੋਵਨਹਾਰ। ਕਈਆਂ ਨੇ ਬਸ ਪਾਣੀ 'ਚ ਮਧਾਣੀ ਪਾਈ ਹੋਈ ਹੈ, ਬਸ ਰਿੜਕ ਕੇ ਕੁਝ ਕੱਢ ਲਵਾਂਗੇ, ਕੁਝ ਨਹੀਂ ਨਿਕਲਦਾ। ਮਿਹਨਤਾਂ ਵਾਧੂ ਨੇ, ਮਿਹਨਤ ਤੇ ਹੈ ਨਾ ਵੀ ਕਿਸੇ ਨੂੰ ਤੁਸੀਂ ਮਧਾਣੀ ਦੇ ਕੇ ਬਿਠਾ ਦਿਓ ਵੀ ਲੈ ਤੂੰ ਆਹ 4 ਕਿਲੋ ਦੁੱਧ ਰਿੜਕ ਦੇ, ਤੇ ਦੂਜੇ ਨੂੰ ਬਿਠਾ ਦਿਓ ਵੀ ਤੂੰ 4 ਕਿਲੋ ਪਾਣੀ ਰਿੜਕ ਦੇ, ਤੇ ਮਿਹਨਤ ਤੇ ਦੋਵਾਂ ਦੀ ਬਰਾਬਰ ਹੀ ਲੱਗਣੀ ਹੈ, ਦੋਵਾਂ ਦੀ ਬਰਾਬਰ ਹੀ ਲੱਗਣੀ ਹੈ। ਤੇ ਪਰ ਇੱਕ ਨੇ ਤੇ ਅੱਧੇ ਘੰਟੇ ਬਾਅਦ ਮੱਖਣ ਹਾਸਲ ਕਰ ਲੈਣਾ ਕਿਉਂਕਿ ਦੁੱਧ ਰਿੜਕਦਾ ਪਿਆ, ਤੇ ਦੂਜਾ ਜਿਹੜਾ ਪਾਣੀ ਰਿੜਕਦਾ ਪਿਆ ਉਹ ਕੀ ਕਰੇਗਾ? ਉਹ ਫਿਰ ਗੁੱਸੇ ਦੇ ਵਿੱਚ ਆ ਕੇ ਕੀ ਹੋਵੇਗਾ? ਉਹਨੇ ਤਾਂ ਫਿਰ ਮਧਾਣੀ ਤੋੜਨੀ ਹੈ ਨਾ ਵੀ ਛੱਡ ਪਰਾਂ, ਨਿਕਲਿਆ ਕੀ ਇਹਦੇ ਵਿੱਚੋਂ? ਉਹਨੂੰ ਫਿਰ ਆਪਣੀ ਜ਼ਿੰਦਗੀ ਤੋਂ ਗੁੱਸਾ ਹੀ ਆਉਂਦਾ ਵੀ ਕੀ ਕੀਤਾ ਜ਼ਿੰਦਗੀ ਦੇ ਵਿੱਚ। ਇਹਨੂੰ ਬਾਬਾ ਕਬੀਰ ਕਹਿੰਦੇ ਅਵਰ ਬਿਲੋਵਨਹਾਰ। ਹੋਰ ਤੇ ਬਸ ਪਾਣੀ ਰਿੜਕਦੇ ਪਏ ਨੇ, ਭਾਵੇਂ ਜੋ ਮਰਜ਼ੀ ਕਰੀ ਜਾਣ। ਅਗਲਾ ਸ਼ਬਦ ਦਾਤਾਰ ਕਹਿੰਦੇ ਨੇ ਕਬੀਰ ਮਾਇਆ ਚੋਰਟੀ, ਮੁਸ ਮੁਸ ਲਾਵੇ ਹਾਟ। ਇਹ ਤੇ ਸਾਡੀ ਮਾਰਕੀਟ ਦੀ ਦੁਨੀਆ ਦੇ ਨਾਲ ਸੰਬੰਧਿਤ ਗੱਲ ਆ ਗਈ ਹੈ ਤੇ ਵੀ ਸਾਡਾ ਧਿਆਨ ਆਪਣੇ ਵੱਲ ਖਿੱਚਣ ਦੇ ਲਈ ਨਾ ਮਾਇਆ ਕਈ ਤਰੀਕੇ ਵਰਤਦੀ ਹੈ। ਮਾਰਕੀਟ ਦਾ ਇੱਕ ਰੂਲ ਹੁੰਦਾ ਨਾ, ਉਹ ਕਹਿੰਦੇ ਵੀ ਜਿਹੜਾ ਦੇਖਦਾ ਉਹੀ ਵਿਕਦਾ ਹੈ। ਇਸ ਕਰਕੇ ਉਹਨਾਂ ਨੇ ਦਿਖਾਇਆ ਹੁੰਦਾ ਬਾਹਰ ਵੀ ਆਹ ਪ੍ਰੋਡਕਟ ਨੇ ਸਾਡੇ। ਔਰ ਬੜੇ ਸੌਖੀ ਜੀ ਗੱਲ ਹੈ, ਮੈਂ ਜਿੰਨਾ ਕੁ ਬੰਦਿਆਂ ਦੇ ਲਾਗੇ ਬੈਠਾ ਉਹਨਾਂ ਨੇ ਮੈਨੂੰ ਦੱਸਿਆ ਸੀ ਵੀ ਉਹਦਾ ਰੂਲ ਇਹ ਹੁੰਦਾ ਵੀ ਵਿੱਚ ਭਾਵੇਂ ਕੁਝ ਵੀ ਨਾ ਹੋਵੇ, ਪਰ ਬਾਹਰ ਦੀ ਚੀਜ਼ ਜਿਹੜੀ ਡੈਕੋਰੇਟਡ ਹੋਣੀ ਚਾਹੀਦੀ ਆ ਵੀ ਇੱਕ ਵਾਰ ਅੱਖਾਂ ਦਾ ਧਿਆਨ ਤੇ ਉੱਧਰ ਜਾਵੇ ਵੀ ਹਾਂ ਆਹ ਚੀਜ਼ ਵੇਖੋ ਇਹ ਬੜੇ ਕਮਾਲ ਦੀ ਲੱਗਦੀ ਪਈ ਹੈ, ਅੰਦਰੋਂ ਭਾਵੇਂ ਖਾਲੀ ਹੋਵੇ। ਇੱਦਾਂ ਹੁੰਦਾ ਹੈ।
ਇਹ ਮਾਰਕੀਟ ਦਾ ਰੂਲ ਹੈ। ਅਸੀਂ ਇਹਨੂੰ ਨਹੀਂ ਕਹਿ ਸਕਦੇ ਵੀ ਚੰਗਾ ਕਿ ਮਾੜਾ ਹੈ, ਉਹਦੇ ਨਾਲ ਮਤਲਬ ਹੀ ਨਹੀਂ, ਮਾਰਕੀਟ ਚੱਲਦੀ ਇੱਦਾਂ ਹੈ। ਉਹੀ ਚੀਜ਼ ਹੈ, ਲੋਕਾਂ ਨੂੰ ਸਿੱਧੀ ਪੇਸ਼ ਕਰ ਦਿੱਤੀ ਜਾਵੇ ਤਾਂ ਲੱਗਦਾ ਵੀ ਇਹ ਤਾਂ ਬੜੀ ਦੇਸੀ ਜਿਹੀ ਹੋਵੇਗੀ, ਉਹ ਚੰਗੇ ਪੈਕਟ ਦੇ ਵਿੱਚ ਆ ਜਾਵੇ ਤਾਂ ਲੋਕਾਂ ਨੂੰ ਲੱਗਦਾ ਵੀ ਨਹੀਂ ਠੀਕ ਹੈ। ਪ੍ਰੋਬਲਮ ਇੱਥੇ ਆ ਕੇ ਖੜੀ ਹੋ ਗਈ ਹੈ। ਹੁਣ ਬਾਬਾ ਕਬੀਰ ਕਹਿੰਦੇ ਇੱਦਾਂ ਹੈ, ਸਾਡਾ ਧਿਆਨ ਅਟਰੈਕਟ ਕਰਨ ਦੇ ਲਈ, ਸਾਨੂੰ ਆਪਣੇ ਵੱਲ ਖਿੱਚਣ ਦੇ ਲਈ ਕਬੀਰ ਮਾਇਆ ਚੋਰਟੀ, ਮਾਇਆ ਚੋਰੀ ਕਰਨ ਵਾਲੀ, ਮਤਲਬ ਚੋਰਨੀ ਮਾਇਆ ਆਪਣੇ ਆਪ ਨੂੰ ਖਿੱਚਣ ਦੇ ਲਈ ਮੁਸ ਲਾਵੇ ਹਾਟ, ਲੋਕਾਂ ਨੂੰ ਠੱਗ ਠੱਗ ਕੇ ਤੇ ਆਪਣੀ ਦੁਕਾਨ ਦੇ ਉੱਤੇ ਉਹਨੇ ਬਿਠਾਇਆ ਹੋਇਆ ਹੈ। ਮਾਇਆ ਨੇ ਆਪਣੀ ਦੁਕਾਨ ਦੇ ਉੱਤੇ ਬਿਠਾਇਆ ਹੋਇਆ ਹੈ। ਇਹਦਾ ਮਤਲਬ ਕੀ ਹੈ? ਜਿੱਦਾਂ ਮਾਰਕੀਟ ਜਾਂਦੇ ਹਾਂ ਨਾ, ਤੇ ਕਈ ਚੀਜ਼ਾਂ ਦੀਆਂ ਦੁਕਾਨਾਂ ਲੱਗੀਆਂ ਵੀ ਆਹ ਚੀਜ਼ ਵੇਖੋ, ਆਹ ਚੀਜ਼ ਵੇਖੋ, ਅਸੀਂ ਦੁਕਾਨ ਤੇ ਸਜਾ ਕੇ ਰੱਖੀ ਹੋਈ ਹੈ। ਬਾਬਾ ਕਬੀਰ ਕਹਿੰਦੇ ਮਾਇਆ ਦੀ ਦੁਕਾਨ ਤੇ ਜਾ ਕੇ ਵੇਖਿਓ, ਤੁਹਾਨੂੰ ਕਿਹੜੀਆਂ ਕਿਹੜੀਆਂ ਚੀਜ਼ਾਂ ਸਜੀਆਂ ਮਿਲਣਗੀਆਂ। ਔਰ ਜਦੋਂ ਸਜੀਆਂ ਚੀਜ਼ਾਂ ਹੋਣਗੀਆਂ ਤੇ ਕੌਣ ਨਹੀਂ ਖਰੀਦੇਗਾ? ਕੌਣ ਨਹੀਂ ਖਰੀਦਦਾ ਸਜੀਆਂ ਹੋਈਆਂ ਚੀਜ਼ਾਂ ਨੂੰ? ਬਿਲਕੁਲ ਚੰਗੀਆਂ ਚੀਜ਼ਾਂ ਹੋਣ, ਬੇਢੱਬੇ ਤਰੀਕੇ ਨਾਲ ਬੇਢੰਗ ਪਈਆਂ ਹੋਣ, ਕੋਈ ਨਹੀਂ ਮੂੰਹ ਕਰਦਾ ਉਹਨਾਂ ਚੀਜ਼ਾਂ ਦੇ ਵੱਲ। ਬਸ ਇਸ ਕਰਕੇ ਹੁਣ ਤੁਸੀਂ ਵੇਖੋ ਆਪਣੀ ਸੁਸਾਇਟੀ ਦੇ ਵੱਲ ਧਿਆਨ ਮਾਰ ਕੇ, ਕਿਹੜੀਆਂ ਚੀਜ਼ਾਂ ਨੂੰ ਜ਼ਿਆਦਾ ਸਜਾਇਆ ਜਾ ਰਿਹਾ ਭਲਾ? ਧਿਆਨ ਨਾਲ ਸੋਚ ਕੇ ਵੇਖਿਓ ਕਿ ਸਾਡੀਆਂ ਫੈਸ਼ਨ ਵਾਲੀਆਂ ਚੀਜ਼ਾਂ ਨੂੰ ਜ਼ਿਆਦਾ ਨਹੀਂ ਸਜਾਇਆ ਜਾ ਰਿਹਾ। ਚਲੋ ਧਾਰਮਿਕ ਜ਼ਿੰਦਗੀ 'ਤੇ ਗੱਲ ਹੀ ਆਪਾਂ ਪਿੱਛੇ ਕਰ ਦਈਏ, ਬਹੁਤ ਨੂੰ ਲੱਗੇਗਾ ਵੀ ਧਾਰਮਿਕ ਗੱਲ ਕਰ ਲੈਂਦੇ ਨੇ। ਜੇ 1 ਸੈਕਿੰਡ ਦੇ ਲਈ ਇਸ ਚੀਜ਼ ਨੂੰ ਸੋਚ ਕੇ ਵੇਖਿਓ, ਪਹਿਲੀ ਗੱਲ ਤੇ ਜਿਹੜੀਆਂ ਸਾਡੀਆਂ ਕਿਤਾਬਾਂ ਦੀਆਂ ਦੁਕਾਨਾਂ ਹੁੰਦੀਆਂ ਉਹਨਾਂ ਦਾ ਹਾਲ ਵੇਖ ਲਿਓ। ਦੁਨੀਆ ਨੇ ਖਾ ਕੇ ਬਿਮਾਰ ਹੋ ਜਾਣਾ ਹੈ, ਤੇ ਖਾਣ ਵਾਲੀਆਂ ਦੁਕਾਨਾਂ ਦੀਆਂ ਸ਼ਕਲਾਂ ਵੇਖ ਲਿਓ, ਤੇ ਜਿੱਥੋਂ ਦੁਨੀਆ ਨੇ ਇਲਾਜ ਕਰਾਉਣ ਜਾਣਾ ਹੈ, ਇਲਾਜ ਕਰਨ ਵਾਲਿਆਂ ਦੀਆਂ ਦੁਕਾਨਾਂ ਵੇਖ ਲਿਓ, ਤੁਹਾਨੂੰ ਫਰਕ ਪਤਾ ਲੱਗ ਜਾਵੇਗਾ ਵੀ ਕਿਹੜੀ ਚੀਜ਼ ਸਜਾਈ ਜਾਂਦੀ ਹੈ ਤੇ ਕਿਹੜੀ ਚੀਜ਼ ਨਹੀਂ ਸਜਾਈ ਜਾਂਦੀ। ਤੇ ਸਜਾਈ ਕਿਉਂ ਜਾਂਦੀ ਹੈ? ਵੀ ਲੋਕੀ ਸਾਡੇ ਕੋਲ ਡਿੱਗਣ ਆ ਕੇ, ਇਸ ਕਰਕੇ ਸਜਾਇਆ ਜਾਂਦਾ। ਇਹ ਨਿਯਮ ਹੈ ਮਾਰਕੀਟ ਦਾ। ਬਾਬਾ ਕਬੀਰ ਕਹਿੰਦੇ ਮਾਇਆ ਦੁਕਾਨਾਂ ਲਾ ਕੇ ਬੈਠੀ ਹੋਈ ਹੈ, ਤੇ ਸਿਰਫ ਦੁਕਾਨਾਂ ਨਹੀਂ ਲਾ ਕੇ ਬੈਠੀ ਹੋਈ, ਜਿਹੜੇ ਉਹਨਾਂ ਠੱਗੇ ਨੇ ਨਾ ਉਹ ਵੀ ਨਾਲ ਟੰਗ ਕੇ ਬੈਠੀ ਹੋਈ ਹੈ ਵੀ ਆਹ ਵੇਖੋ, ਆ ਵੀ ਮੈਂ ਟੰਗ ਲਏ ਨੇ। ਉਹ ਗਿਣਤੀ ਹੁੰਦੀ ਸੀ ਨਾ ਪਹਿਲਾਂ ਇੱਕ ਤਰੀਕੇ ਦੇ ਨਾਲ। ਤੁਸੀਂ ਵੇਖੋਗੇ ਕੀ ਹੈ, ਜ਼ਿੰਦਗੀ ਦੀ ਖੇਡ ਬੜੀ ਕਮਾਲ ਦੀ ਹੈ। ਮੈਂ ਤੇ ਇਸ ਗੱਲ ਨੂੰ ਸੋਚਦਾ ਹੁੰਦਾ ਵੀ ਕਦੀ ਕਦੀ ਬਾਬਾ ਕਬੀਰ ਕਹਿੰਦੇ ਵੀ ਵੇਖੋ ਮਾਇਆ ਦੇ ਨਾ ਜਿਹੜੇ ਠੱਗ ਲਏ ਨੇ ਨਾ, ਉਹਨਾਂ ਦੀ ਲਿਸਟ ਤਿਆਰ ਕਰਕੇ ਰੱਖੀ ਹੋਈ ਹੈ ਵੀ ਆਹ ਵੇਖੋ, ਆ ਵੀ ਠੱਗ ਲਿਆ ਮੈਂ, ਤੇ ਆ ਵੀ ਮੈਂ ਠੱਗ ਲਿਆ। ਤਾਂ ਸਾਨੂੰ ਲੱਗਦਾ ਲੈ ਅਸੀਂ ਠੱਗੇ ਜਾਣਾ ਕਿਤੇ, ਅਸੀਂ ਤਾਂ ਟੌਰ ਨਾਲ ਜੀ ਕੇ ਜਾਵਾਂਗੇ, ਅਸੀਂ ਤੇ ਵਰਤ ਕੇ ਜਾਵਾਂਗੇ। ਉਹ ਬਾਬਾ ਕਬੀਰ ਸਾਹਿਬ ਜੀ ਦਾ ਇੱਕ ਬਚਨ ਹੈ। ਬਾਬਾ ਕਬੀਰ ਕਹਿੰਦੇ ਇਕਤ ਪੱਤਰ ਪਰ ਉਰਕਟ ਕੁਰਕਟ, ਇਕਤ ਪੱਤਰ ਪਰ ਪਾਣੀ, ਆਸ ਪਾਸ ਪੰਚ ਜੋਗੀਆ ਬੈਠੇ ਬੀਚ ਨਕਟ ਦੇ ਰਾਣੀ, ਨਕਟੀ ਕੋ ਠਨਗਨ ਬਾਡਾ ਡੂ ਕਿਨਹਿ ਵਿਵੇਕੀ ਕਾਟੀ ਤੂੰ। ਦੇ ਬਸ ਫਿਰ ਇੱਕ ਪਾਸੇ ਤੇ ਖੁੱਲੀਆਂ ਹੁੰਦੀਆਂ ਨੇ ਬੋਤਲਾਂ, ਦੂਜੇ ਪਾਸੇ ਮੀਟ ਦੇ ਦੌਰ ਚੱਲਦੇ ਪਏ ਹੁੰਦੇ ਨੇ, ਤੇ ਗੱਲਾਂ ਕਾਹਦੀਆਂ ਕਰਦੇ ਹੁੰਦੇ ਨੇ? ਮਾਇਆ ਦੀਆਂ ਗੱਲਾਂ ਕਾਹਦੀਆਂ ਕਰਦੇ ਪਏ ਨੇ? ਆਹ ਖਾ ਲੈਣਾ ਹੈ, ਆਹ ਛੱਡ ਦੇਣਾ ਹੈ, ਉਹ ਕਰ ਲੈਣਾ ਹੈ। ਮਤਲਬ ਇੱਕ ਵੀ ਇਮਾਨ ਦੀ ਤੇ ਇੱਕ ਵੀ ਚੰਗੀ ਗੱਲ ਉਹਨਾਂ ਦੇ ਮੂੰਹ ਦੇ ਵਿੱਚੋਂ ਨਿਕਲਦੀ ਹੀ ਨਹੀਂ। ਬਾਬਾ ਕਬੀਰ ਕਹਿੰਦੇ ਮਾਇਆ ਦੀ ਦੁਕਾਨ ਨਹੀਂ ਲੱਗੀ ਤੇ ਹੋਰ ਕਾਹਦੀ ਦੁਕਾਨ ਲੱਗੀ ਹੋਈ? ਫਿਰ ਕਹਿੰਦੇ ਗਿਣਤੀਆਂ ਵੇਖੋ ਕਿੰਨੇ ਠੱਗ ਠੱਗ ਕੇ ਉਹਨੇ ਲਿਸਟ ਦੇ ਵਿੱਚ ਲਾਏ ਹੋਏ ਨੇ। ਅਗਲੇ ਮੂਏ ਸੇ ਪਾਛੈ ਪਰੇ, ਜੋ ਉਬਰੇ ਸੋ ਬੰਦ ਲੱਕ ਖਰੇ। ਕਹਿੰਦੇ ਜਿਹੜੇ ਸਾਡੇ ਵੱਡੇ ਸੀ ਨਾ, ਉਹ ਵੀ ਵਿਚਾਰੇ ਸੋਚਦੇ ਸੀ ਵੀ ਬਸ ਇਕੱਠਾ ਕਰ ਲਈਏ। ਗਾਂ ਅਸੀਂ ਵੀ ਇਹੀ ਸੋਚਦੇ ਵੀ ਇਕੱਠਾ ਕਰ ਲਈਏ, ਗਾਂ ਸਾਡੇ ਆਉਣ ਵਾਲਿਆਂ ਨੇ ਵੀ ਸੋਚਣਾ ਵੀ ਇਕੱਠਾ ਕਰ ਲਈਏ। ਬਾਬਾ ਕਬੀਰ ਕਹਿੰਦੇ ਅਗਲੇ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਇਹ ਬਚਨ ਹੈ, ਅਗਲੇ ਮੂਏ ਸੇ ਪਾਛੈ ਪਰੇ। ਜਿਹੜੇ ਸਾਡੇ ਵੱਡੇ ਸੀ ਨਾ, ਖਤਮ ਹੋ ਗਏ ਇਕੱਠਾ ਕਰਦੇ ਕਰਦੇ। ਤੇ ਪਰ ਕੀ ਹੋ ਗਿਆ? ਜੋ ਉਭਰੇ ਸੋ ਬੰਦ ਲੱਕ ਖਰੇ। ਤੇ ਜਿਹੜੇ ਹੁਣ ਅਸੀਂ ਬਚ ਗਏ ਆ ਨਾ, ਵੀ ਇੱਕ ਬਾਪੂ ਸੀ, ਬਾਪੂ ਦੇ ਅੱਗੇ 4 ਜਵਾਕ, ਤੇ ਉਹਨੇ ਸੋਚਿਆ ਵੀ ਇਕੱਲੇ ਬਾਪੂ ਕੋ ਕੀ ਕਮਾਇਆ ਜਾਂਦਾ, ਅਸੀਂ 4 ਜਣੇ ਕਮਾ ਕੇ ਦੱਸਾਂਗੇ ਵੀ ਬਾਪੂ ਇੱਦਾਂ ਕਮਾਇਆ ਜਾਂਦਾ। ਚੌਵਾਂ ਨੇ ਲੱਕ ਬੰਨ ਲਿਆ ਵੀ ਤੇਰੇ ਕੋਲ ਇਕੱਲੇ ਕੋਈ ਕੀ ਕਮਾਇਆ ਜਾਣਾ ਸੀ, ਤੇਰੇ ਨਾਲੋਂ ਜ਼ਿਆਦਾ। ਅੱਜ ਤਾਂ ਇੱਦਾਂ ਹੀ ਗੱਲ ਸ਼ੁਰੂ ਹੁੰਦੀ ਹੈ, ਤੁਸੀਂ ਵੇਖ ਲੈਣਾ। ਮੈਂ ਤਾਂ ਕਈ ਵਾਰ ਸੁਣਿਆ, ਜ਼ਿਆਦਾਤਰ ਤਾਂ ਮੈਂ ਇੱਥੇ ਸੁਣਿਆ ਸੀ ਵੀ ਬੱਚੇ ਮਾਂ ਪਿਓ ਨੂੰ ਪਹਿਲਾ ਡਾਇਲੋਗ ਪਤਾ ਕੀ ਮਾਰਦੇ ਨੇ? ਤੁਸੀਂ ਜਿੰਨਾ 4 ਸਾਲਾਂ 'ਚ ਕਮਾਇਆ ਨਾ, ਮੇਰੀ ਪਹਿਲੀ ਤਨਖਾਹ ਉਨੀ ਹੈ। ਦਾਤਾਰ ਕਹਿੰਦੇ ਲੱਕ ਬੰਨ੍ਹ ਕੇ ਇਕੱਠੇ ਤੁਰ ਪਏ ਨੇ। ਲੱਕ ਬੰਨ੍ਹ ਲਿਆ ਜਾਂਦਾ ਨਾ, ਕਿਸੇ ਚੀਜ਼ ਦੇ ਉੱਤੇ ਜਾਣਾ ਹੋਵੇ ਵੀ ਇਸ ਬੰਦੇ ਨੇ ਤਿਆਰੀ ਕਰ ਲਈ ਹੈ। ਲੱਕ ਬੰਨ੍ਹਣ ਦਾ ਮਤਲਬ ਇਹ ਹੁੰਦਾ, ਜੋ ਉਭਰੇ ਸੋ ਬੰਦ ਲੱਕ ਖਰੇ, ਉਨ ਤੇ ਦੁੱਗਣ ਦਿੜੀ ਉਨ ਓਏ ਓਏ ਧੰਦੇ ਮੈਂ ਓਏ ਲਪਟਾਏ, ਉਨ ਤੇ ਦੁੱਗਣ ਦਿੜੀ ਉਨ ਮਾਏ। ਕਹਿੰਦੇ ਬਸ ਉਸੇ ਧੰਦੇ ਦੇ ਵਿੱਚ ਪਏ ਰਹਿੰਦੇ ਨੇ, ਤੇ ਉਹਨਾਂ ਤੋਂ ਦੂਣੀ ਮਾਇਆ ਚੰਬੜੀ ਪਈ ਹੈ। ਔਰ ਧਿਆਨ ਦੇ ਨਾਲ ਵੇਖਿਓ, ਸਾਡੇ ਦਾਦਿਆਂ ਦਾ ਜੀਵਨ ਬੜੇ ਸੰਜਮ ਵਾਲਾ, ਸਾਡੇ ਪਿਤਾ ਦਾ ਉਹਦੇ ਤੋਂ ਥੋੜ੍ਹਾ ਜਿਹਾ ਘੱਟ, ਤੇ ਗਾਂ ਸਾਡੇ ਤੇ ਹਾਲ ਹੀ ਪਤਾ ਨਹੀਂ ਕਿਹੜੇ ਪਾਸੇ ਤੁਰ ਪਏ। ਮੈਂ ਕੱਲ੍ਹ ਵੀ ਇਸ ਪਾਸੇ ਤੋਂ ਬੋਲਿਆ ਸੀ। ਇਹ ਨਹੀਂ ਵੀ ਜ਼ਿੰਦਗੀ ਨਹੀਂ ਜੀ ਕੇ ਗਏ, ਕਿ ਉਹਨਾਂ ਨੂੰ ਕਹਾਂਗੇ ਵੀ ਜ਼ਿੰਦਗੀਆਂ ਨਹੀਂ ਜੀ ਕੇ ਗਏ, ਸਾਡੇ ਨਾਲੋਂ ਸੌਖੀਆਂ ਜ਼ਿੰਦਗੀਆਂ ਜੀ ਕੇ ਗਏ ਨੇ। ਕਦੀ ਸੋਚ ਕੇ ਅਸੀਂ ਵੇਖੀਏ ਨਾ ਵੀ ਹੁਣ ਸਾਨੂੰ ਕਿਤੇ ਲਾਈਟ ਤੋਂ ਬਿਨਾਂ ਮਹੀਨਾ ਰਹਿਣਾ ਪੈ ਜਾਵੇ ਤੇ ਕਿੰਨਾ ਔਖਾ ਲੱਗੇ।
ਤੇ ਜਿੱਥੇ ਲਾਈਟ ਆਈ ਨੂੰ ਇੰਡੀਆ ਦੇ ਵਿੱਚ ਪੂਰੇ ਕਈ ਪਿੰਡ ਅਜੇ ਵੀ ਇਦਾਂ ਦੇ ਨੇ ਜਿੱਥੇ ਲਾਈਟ ਪਹੁੰਚੀ ਨਹੀਂ ਹੈ, ਜ਼ਿੰਦਗੀ ਨਹੀਂ ਜੀ ਰਹੇ ਬੰਦੇ। ਮਰਦ ਕਹਿੰਦੇ ਭਾਈ ਮਾਇਆ ਵੱਲ ਵੇਖੋਗੇ ਨਾ ਤਾਂ ਦੁਕਾਨਾਂ ਸਜਾ ਸਜਾ ਕੇ ਬੈਠੀ ਹੋਈ ਹੈ। ਠੱਗੀਆਂ ਵਾਲੀ ਲਿਸਟ 'ਚ ਆਉਣਾ ਤੇ ਤੁਸੀਂ ਵੇਖ ਲਓ, ਤੁਹਾਡੇ ਤੇ ਡਿਪੈਂਡ ਕਰਦਾ ਵੀ ਆ ਵੇਖੋ ਜੀ, ਉਹ ਫਿਰ ਦੱਸੇਗੀ ਵੀ ਇਹਨੂੰ ਵੀ ਮੈਂ ਲੁੱਟ ਲਿਆ ਤੇ ਇਹਨੂੰ ਵੀ ਲੁੱਟ ਲਿਆ। ਕੌਣ ਨਹੀਂ ਲੁੱਟਿਆ ਉਹਨੇ? ਹਜ਼ੂਰ ਕਹਿੰਦੇ ਨੇ ਭਾਈ ਕਬੀਰ, ਮਾਇਆ ਚੋਰਟੀ ਮੁਸ ਮੁਸ ਲਾਵੇ ਹਾਟ, ਏਕ ਕਬੀਰਾ ਨਾ ਮੁਸੈ ਜਿਨ ਕੀਨੀ 12 ਬਾਟ। ਪਰ ਬਾਬਾ ਕਬੀਰ ਕਹਿੰਦੇ ਉਹ ਬੰਦਾ ਨਹੀਂ ਜੇ ਠੱਗਿਆ ਜਾਂਦਾ ਇਹਦੇ ਹੱਥੋਂ। ਕਿੰਨੇ? ਜਿਨ ਕੀਨੀ 12 ਬਾਟ, ਜਿੰਨੇ 12 ਟੋਟੇ ਕਰ ਦਿੱਤੇ ਨੇ। 12 ਦਾ ਮਤਲਬ ਇਹ ਨਹੀਂ ਵੀ 12 ਹੀ ਕਰਨੇ ਨੇ, ਇਹਦਾ ਮਤਲਬ ਹੈ ਵੀ ਜਿੰਨੇ ਟੋਟੇ ਕਰ ਦਿੱਤੇ ਨੇ। ਉਨ ਮੋਹੇ ਬਹੁਤੇ ਬ੍ਰਹਮੰਡ, ਰਾਮ ਜਨੀ ਕੀਨੀ ਖੰਡ ਖੰਡ। ਕਹਿੰਦੇ ਜਿਹੜੇ ਲੋਕਾਂ ਨੂੰ ਲੁੱਟਦੀ ਫਿਰਦੀ ਸੀ ਨਾ, ਉਹ ਕੀ ਕਰਦੀ ਹੈ? ਉਹ ਆ ਕੇ ਰੱਬ ਦੇ ਪਿਆਰਿਆਂ ਦੇ ਪੈਰਾਂ ਦੇ ਉੱਤੇ ਆ ਕੇ ਬੈਠ ਗਈ। ਇਹ ਤਾਂ ਬੜਾ ਸੌਖਾ ਜਿਹਾ ਇੱਕ ਮਸਲਾ ਹੈ, ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਸਾਡੇ ਨਾਲ ਸਾਂਝਾ ਕੀਤਾ ਹੈ। ਦਾਤਾਰ ਕਹਿੰਦੇ ਗਹਿ ਕਰ ਪਕੜੀ ਨਾ ਆਈ ਹਾਥ। ਜਿੰਨੀ ਕੋਸ਼ਿਸ਼ ਕਰੋਗੇ ਨਾ ਆਹ ਮਿਲ ਜਾਵੇ, ਓਨਾ ਹੀ ਖਿਸਕਦਾ ਇੱਥੋਂ। ਉਂਝ ਹੀ ਇੰਝ ਲੱਗਦਾ ਵੀ ਹਾਏ ਆਹ ਚੀਜ਼ ਮਿਲੀ ਨਹੀਂ ਮੈਨੂੰ, ਆਹ ਚੀਜ਼ ਮਿਲੀ ਨਹੀਂ, ਓਨਾ ਹੀ ਇੰਝ ਲੱਗਦਾ ਵੀ ਦੂਰ ਚਲੀ ਗਈ ਹੈ। ਗਹਿ ਕਰ ਪਕੜੀ ਨਾ ਆਈ ਹਾਥ, ਪ੍ਰੀਤ ਕਰੀ ਚਾਲੀ ਨਹੀਂ ਸਾਥ। ਪਿਆਰ ਕੀਤਾ, ਇੱਕ ਵੀ ਚੀਜ਼ ਨਾਲ ਨਹੀਂ ਤੁਰੀ। ਕੀ ਨਾਲ ਤੁਰੇਗਾ? ਸਮੇਤ ਮੇਰੇ ਤੁਸੀਂ ਸਮਝ ਕੇ ਵੇਖ ਲੈਣਾ ਕੀ ਤੁਰੇਗਾ ਨਾਲ। ਕੁਝ ਨਹੀਂ ਤੁਰਦਾ ਨਾਲ। ਪ੍ਰੀਤ ਕਰੀ ਚਾਲੀ ਨਹੀਂ ਸਾਥ। ਪਰ ਮਹਾਰਾਜ ਕਹਿੰਦੇ ਕਹੋ ਨਾਨਕ ਜਬ ਤਿਆਗ ਦਈ ਤਬ ਉਹ ਚਰਨੀ ਆਏ ਪਈ। ਇਹਦੇ ਛੱਡ ਕੇ ਵੇਖਿਆ ਤੇ ਪੈਰਾਂ ਦੇ ਵਿੱਚ ਆ ਕੇ ਡਿੱਗ ਪਈ ਹੈ। ਇਸ ਕਰਕੇ ਦਾਤਾਰ ਕਹਿੰਦੇ ਉਹ ਨਹੀਂ ਠੱਗੇ ਜਾਂਦੇ। ਰਾਜ ਮਾਲ ਰੂਪ ਜਾਤ ਜੋਬਨ ਪੰਜੇ ਠੱਗ, ਇੰਨੀ ਠੱਗੀ ਜਗ ਠੱਗਿਆ ਕਿਨੇ ਨਾ ਰਹੀਆ ਲੱਜ। ਇਹਨਾਂ ਠੱਗਨ ਠੱਗ ਸੇ ਜੇ ਗੁਰ ਕੀ ਪੈਰੀ ਪਾਹੀ। ਮਹਾਰਾਜ ਕਹਿੰਦੇ ਵੀ ਇਹਨਾਂ 5 ਚੀਜ਼ਾਂ ਨੇ ਦੁਨੀਆ ਨੂੰ ਠੱਗ ਲਿਆ, ਪਰ ਇਹ ਜਿਹੜੇ ਗੁਰੂ ਦੇ ਪੈਰੀਂ ਪੈ ਜਾਂਦੇ ਨੇ ਉਹਨਾਂ ਨੇ ਇਹਨਾਂ 5 ਨੂੰ ਵੀ ਠੱਗ ਲਿਆ। ਇਹਨਾਂ 5 ਨੇ ਦੁਨੀਆ ਠੱਗੀ ਹੋਈ ਹੈ। ਤੁਹਾਡੇ ਸਾਹਮਣੇ ਹੈ ਰਾਜ ਮਾਲ ਰੂਪ ਜਾਤ ਜੋਬਨ। ਰਾਜ ਪਾਵਰ, ਮਾਲ ਮੇਰੇ ਕੋਲ ਮਟੀਰੀਅਲ ਬੜਾ ਹੈ, ਰੂਪ ਸੁੰਦਰਤਾ ਬੜੀ ਹੈ, ਜਾਤ ਮੇਰੀ ਜਾਤੀ ਬੜੀ ਉੱਚੀ ਹੈ, ਜੋਬਨ ਜਵਾਨੀ ਬੜੀ ਕਮਾਲ ਦੀ ਹੈ ਮੇਰੀ। ਇਹ ਕਹਿੰਦੇ ਨੇ 5 ਠੱਗ ਨੇ, ਬੰਦਾ ਇਹਨਾਂ 'ਚ ਹੀ ਠੱਗਿਆ ਜਾਂਦਾ। ਕਿਸੇ ਨੂੰ ਜਾਤੀ ਨੇ ਠੱਗ ਲਿਆ, ਕਿਸੇ ਨੂੰ ਸੁੰਦਰਤਾ ਨੇ ਠੱਗ ਲਿਆ, ਕਿਸੇ ਨੂੰ ਪਦਾਰਥ ਨੇ ਠੱਗ ਲਿਆ। ਇੰਨੀ ਠੱਗੀ ਜੱਗ ਠੱਗਿਆ ਕਿਹਨਾਂ ਨਾ ਰਹੀ ਆ ਲੱਜ। ਮਹਾਰਾਜ ਕਹਿੰਦੇ ਬਸ ਇਹਨਾਂ ਠੱਗਾਂ ਨੇ ਕਿਹਨਾਂ ਨਾ ਰੱਖੀ ਲੱਜ। ਕਿਸੇ ਨੇ ਵੀ ਮਤਲਬ ਛੱਡਿਆ ਹੀ ਨਹੀਂ ਕੁਝ। ਤੁਸੀਂ ਜਿਹੜੇ ਬੰਦੇ ਦੇ ਲਾਗੇ ਬੈਠ ਜਾਓ, ਜਾਂ ਤੈਨੂੰ ਮਾਇਆ ਤੰਗ ਕਰਦੀ ਪਈ ਹੈ, ਜਾਂ ਉਹਨੂੰ ਉਹਦੀ ਸ਼ਕਲ ਤੰਗ ਕਰਦੀ ਪਈ ਹੈ, ਜਾਂ ਉਹਨੂੰ ਉਹਦਾ ਮਟੀਰੀਅਲ ਤੰਗ ਕਰਦਾ ਪਿਆ। ਇਹ 4-5 ਠੱਗ ਲੱਗੇ ਹੋਏ ਨੇ ਬੰਦੇ ਨੂੰ ਬਸ। ਮਹਾਰਾਜ ਕਹਿੰਦੇ ਇਹਨਾਂ ਠੱਗਨ ਠੱਗ ਸੇ ਜੇ ਗੁਰ ਕੀ ਪੈਰੀ ਪਾਹੇ। ਇਹਨਾਂ ਠੱਗਾਂ ਨੂੰ ਵੀ ਉਹ ਬੰਦੇ ਠੱਗ ਲੈਂਦੇ ਨੇ, ਇਹਨਾਂ 5 ਨੂੰ ਵੀ ਉਹ ਬੰਦੇ ਠੱਗ ਲੈਂਦੇ ਨੇ। ਕਿਉਂ? ਜੇ ਗੁਰ ਕੀ ਪੈਰੀ ਪਾਹੇ, ਜਿਹੜੇ ਗੁਰੂ ਦੇ ਚਰਨਾਂ ਦੇ ਵਿੱਚ ਜੁੜ ਜਾਂਦੇ ਨੇ, ਉਹਨਾਂ ਦੇ ਉੱਤੇ ਪ੍ਰਭਾਵ ਨਹੀਂ ਪਾਉਂਦੀ। ਬਾਬਾ ਕਬੀਰ ਕਹਿੰਦੇ ਨੇ ਕਬੀਰ ਏਕ ਕਬੀਰਾ ਨਾ ਮੁਸੈ। ਇਹ ਕਬੀਰ ਉਹ ਬੰਦਾ ਨਹੀਂ ਠੱਗਿਆ ਜਾਂਦਾ ਇਸ ਮਾਇਆ ਦੇ ਹੱਥੋਂ ਜਿਨ ਕੀਨੀ 12 ਬਾਟ, ਜਿੰਨੇ 12 ਟੋਟੇ ਕਰ ਦਿੱਤੇ। ਮਾਂ ਭਾਵ ਕਿ ਇਹਦੇ ਵੱਲ ਧਿਆਨ ਵੀ ਨਹੀਂ ਜਿਹਨੇ ਦਿੱਤਾ ਨਾ, ਪਰੇ ਕਰਕੇ ਰੱਖ ਦਿੱਤਾ, ਉਹ ਬੰਦੇ ਕਦੀ ਵੀ ਇਸ ਮਾਇਆ ਦੇ ਹੱਥੋਂ ਠੱਗੇ ਨਹੀਂ ਜਾਂਦੇ। ਦਾਤਾਰ ਕਿਰਪਾ ਕਰਨ। ਇਹਨਾਂ ਪਾਵਨ ਸਲੋਕਾਂ ਦੀ ਵਿਚਾਰ ਕਰਦਿਆਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀਆਂ ਕਰਦਿਆਂ ਮੇਰੇ ਪਾਸੋਂ ਬੋਲਦਿਆਂ ਹੋਈਆਂ ਭੁੱਲਾਂ ਦੀ ਖਿਮਾ ਫਤਿਹ ਨਾਲ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।